देश दुनिया च वसते पंजाबियों को खुश आमदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट राजीव भास्कर जी। जी आया भास्कर साहब। बहुत बहुत शुक्रिया रंधावा जी। जिन्हां दा रौला बहुत होवे ना, जे उत्थे किते तत्थ प्रस्तुत होण पेश होण ते ਉਹ ਜਗਿਆਸਾ ਬਣ ਜਾਂਦੀ ਹੈ। ਡਰੱਗ ਰਿਪੋਰਟਸ ਨੂੰ ਲੈ ਕੇ, ਬੰਦ ਲਿਫਾਫਿਆਂ ਨੂੰ ਲੈ ਕੇ ਜਿੰਨਾ ਚੀਕ ਝਿਆੜਾ ਪਿਆ ਸੀ, ਜਿਹਦੇ ਚ ਸਾਡੀ ਆਵਾਜ਼ ਵੀ ਸ਼ਾਮਲ ਸੀ ਥੋੜੀ ਬਹੁਤੀ। ਵੈਸੇ ਤਾਂ ਨਗਾਰਖਾਨੇ ਚ ਤੂਤੀ ਨੂੰ ਕੌਣ ਸੁਣਦਾ ਹੈ, ਪਰ ਜੇ ਉਹ ਤੱਥ ਸਾਹਮਣੇ ਪੇਸ਼ ਹੋਣ ਤਾਂ ਉਹ ਤੁਹਾਡੇ ਨਾਲ ਸਾਂਝੇ ਕਰਨੇ ਬਣਦੇ ਆ। ਇਹਨਾਂ ਰਿਪੋਰਟਾਂ 'ਚ ਕੀ ਪਿਆ, ਰਿਪੋਰਟ ਹੋਇਆ, ਦੇਖਦੇ ਆ ਕੀ ਕੁਝ ਹੈਗਾ। ਕੀ ਰਾਜਜੀਤ ਸਿੰਘ ਸਮੇਤ ਕੋਈ ਉਹ ਵਿਅਕਤੀ ਜਿਹੜੇ ਜਿਨ੍ਹਾਂ ਦਾ ਬਾਰ-ਬਾਰ ਜਾਂਚਾਂ 'ਚ ਜ਼ਿਕਰ ਹੋ ਰਿਹਾ ਸੀ, ਉਹਨਾਂ ਦਾ ਕੋਈ ਰੋਲ ਪ੍ਰਭਾਸ਼ਿਤ ਹੋਇਆ? ਇਹਨਾਂ ਦੀ ਭੂਮਿਕਾ ਸੰਬੰਧੀ ਕੀ ਕਿਹਾ ਗਿਆ ਇਹਨਾਂ ਰਿਪੋਰਟਾਂ 'ਚ, ਤੁਹਾਡੇ ਨਾਲ ਸਾਂਝ ਪਾਉਂਦੇ ਆ। ਦੂਜਾ ਮਾਮਲਾ PSIEC ਦਾ। ਤੁਹਾਨੂੰ ਯਾਦ ਹੋਣਾ ਸਾਰੇ PCS ਮਾਸ ਲੀਵ ਤੇ ਚਲੇ ਗਏ, ਮਤਲਬ ਇੱਕ ਤਰ੍ਹਾਂ ਦੀ ਸਟ੍ਰਾਈਕ ਤੇ ਚਲੇ ਗਏ, ਔਰ ਜਿੰਨੇ ਬਿਊਰੋਕਰੇਟ ਸੀ IAS ਉਹਨਾਂ ਸਾਰਿਆਂ ਨੇ ਕੰਮ ਛੱਡਤਾ ਸੀਗਾ, ਭਾਵੇਂ ਅਧਿਕਾਰਤ ਤੌਰ ਤੇ ਨਹੀਂ ਸੀ ਛੱਡਿਆ, ਪਰ ਉਹਨਾਂ ਦਿਨਾਂ ਦੇ ਵਿੱਚ ਸਰਕਾਰ ਖੜੋਤ 'ਚ ਆ ਗਈ ਸੀ, ਜਦੋਂ ਬਾਅਦ ਦੇ ਵਿੱਚ ਭਗਵੰਤ ਮਾਨ ਨੂੰ ਦਬਕਾ ਮਾਰਨਾ ਪਿਆ ਸੀ। ਤੁਹਾਨੂੰ ਯਾਦ ਹੋਣਾ ਸਾਰਾ, ਜਿਹਦੇ ਵਿੱਚ ਨੀਲਮਾ ਨਾਂ ਦੇ ਇੱਕ IAS ਅਫਸਰ ਦਾ ਵੀ ਜ਼ਿਕਰ ਹੁੰਦਾ ਰਿਹਾ। ਵਿਜੀਲੈਂਸ ਨੇ ਪਰਚਾ ਦਰਜ ਕੀਤਾ ਸੀ ਇੰਡਸਟਰੀਅਲ ਪਲਾਟਸ ਦੀਆਂ ਬੇਨਜ਼ਮੀਆਂ ਨੂੰ ਲੈ ਕੇ। ਉਹਦੇ ਸੰਬੰਧੀ ਸੁਪਰੀਮ ਕੋਰਟ ਅਗਲੇ ਕੁਝ ਹਫ਼ਤਿਆਂ ਲਈ ਰੋਕ ਲਾ ਦਿੰਦੀ ਹੈ, ਇਹਦੀ ਜਾਂਚ ਤੇ ਇੱਕ ਤਰ੍ਹਾਂ ਨਾਲ ਰੋਕ ਲਾ ਦਿੰਦੀ ਹੈ। ਇਹ ਮਾਮਲਾ ਕੀ ਆ? ਔਰ ਇੱਕ ਹੋਰ ਕੇਸ, ਭਾਸਕਰ ਸਾਹਿਬ ਦੀ ਇੱਛਾ ਹੈ ਕਿ ਅਸੀਂ ਭਗਤੂਪੁਰਾ ਨੂੰ ਦਰਕਨਾਰ ਨਾ ਕਰੀਏ। ਤੁਹਾਨੂੰ ਯਾਦ ਹੋਣਾ ਇਹ ਸਰਕਾਰ ਬਣਨ ਤੋਂ ਬਾਅਦ ਕੁਲਦੀਪ ਸਿੰਘ ਧਾਲੀਵਾਲ ਪੰਚਾਇਤ ਮੰਤਰੀ ਨੇ ਸਾਫ਼ ਕਿਹਾ ਸੀ ਅੰਮ੍ਰਿਤਸਰ ਦੇ ਵਿੱਚ ਕਿ ਇੱਥੇ ਭਗਤੂਪੁਰਾ 'ਚ ਇੱਕ ਕਲੋਨੀ ਦੀ ਜ਼ਮੀਨ ਨੂੰ ਲੈ ਕੇ ਬੜਾ ਵੱਡਾ ਘਪਲਾ ਹੋਇਆ ਹੈ, ਸਸਤੇ ਰੇਟਾਂ ਦੇ ਪੰਚਾਇਤ ਦੀ ਜ਼ਮੀਨ ਦੇ ਦਿੱਤੀ ਗਈ ਆ। ਇਹ ਮਾਮਲਾ ਭਾਵੇਂ ਬਾਅਦ ਦੇ ਵਿੱਚ ਉਸ ਕਲੋਨੀ ਦੇ ਮਾਲਕਾਂ ਨੇ ਇਹ ਕਹਿ ਕੇ ਕਿ ਕੱਲੀ ਪੂਰੇ ਪੰਜਾਬ ਦੇ ਵਿੱਚ ਇਕੱਲੀ ਕਲੋਨੀ ਹੈ ਜਿਹਨੇ ਖਾਲਾਂ ਦਾ ਔਰ ਪਿਆਂ ਦਾ ਮੁੱਲ ਪਾਇਆ, ਜਿਹਨੇ ਖਾਲਾਂ ਤੇ ਪਿਆਂ ਦੀ ਰਜਿਸਟਰੀ ਕਰਾਈ ਹੈ, ਨਹੀਂ ਤੇ ਸਾਰੇ ਉਦਾਂ ਹੀ ਦੱਬੀ ਫਿਰਦੇ ਆ। ਇਹਦੇ ਵਿੱਚ ਇੱਕ ਮੰਤਰੀ ਸਮੇਤ 2 IAS ਅਫਸਰਾਂ ਦੀ ਜਾਂਚ ਦੀ ਗੱਲ ਹੁੰਦੀ ਰਹੀ। ਜਾਂਚ ਹੋ ਕੇ ਮੁੱਖ ਮੰਤਰੀ ਕੋਲ ਰਿਪੋਰਟ ਗਈ, ਉਹ ਰਿਪੋਰਟ ਵਾਪਸ ਵਿਭਾਗ ਕੋਲ ਵੀ ਆ ਗਈ। ਇਹਦੇ ਤੇ ਕੀ ਕਾਰਵਾਈ ਹੋਈ, ਇਹ ਵੀ ਜਗਿਆਸਾ ਹੈ, ਇਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ। ਤੇ ਜਲੰਧਰ ਦੇ ਵਿੱਚ ਕੱਲ ਤੱਕ ਜਿਹੜੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਨੂੰ ਹਾਸੇ ਚ ਲੈਂਦੇ ਸੀ ਕਿ ਉਹ BJP ਚ ਆ ਜਾਣਗੇ, ਗੱਲ ਥੋੜੀ ਸੀਰੀਅਸ ਨੋਟ ਤੇ ਚਲੇ ਗਈ ਆ। ਮੋੜ ਟੇਢਾ ਹੋ ਗਿਆ। ਕੱਲ ਹਰੀਸ਼ ਚੌਧਰੀ ਰਾਜਾ ਵੜਿੰਗ ਦੇ ਚੰਨੀ ਨੂੰ ਮਿਲਣ ਦੀਆਂ ਕਨਸੋਵਾਂ ਰਹੀਆਂ। ਕੱਲ ਸਿੱਧੂ ਜਾ ਕੇ ਮਿਲ ਆਏ ਪ੍ਰਿਯੰਕਾ ਤੇ ਰਾਹੁਲ ਗਾਂਧੀ ਨੂੰ। ਇਸੇ ਤਰੀਕੇ ਨਾਲ ਕੱਲ ਉਹ ਚੌਧਰੀ ਪਰਿਵਾਰ ਨੂੰ ਮਿਲਣਗੇ। ਹੁਣ ਸਵਾਲ ਇਸ ਗੱਲ ਦਾ ਹੈ ਕਿ ਲੜਾਈ ਕਿਸ ਪੱਧਰ ਤੇ ਹੋਊਗੀ ਜੇ ਚੰਨੀ ਆ ਜਾਂਦੇ ਨੇ BJP ਵੱਲੋਂ, ਜਿਹਦੀ ਅਜੇ ਕੋਈ ਪੁਸ਼ਟੀ ਹੋ ਹੀ ਨਹੀਂ ਸਕਦੀ ਚੰਨੀ ਆਉਣਗੇ BJP 'ਚ ਕਿ ਨਹੀਂ। ਜੇ ਆ ਜਾਂਦੇ ਨੇ, ਕੈਂਡੀਡੇਟ ਬਣਾਤੇ ਜਾਂਦੇ ਨੇ, ਕਾਂਗਰਸ ਲਈ ਕਿੰਨਾ ਕੁ ਤਗੜਾ ਝਟਕਾ ਹੋਊਗਾ ਕਿ ਚੰਨੀ 2 ਤੋਂ 3 ਲੱਖ ਵੋਟ ਦੇ ਹੱਕਦਾਰ ਹੋ ਸਕਦੇ ਆ, ਕਿਉਂਕਿ ਫਿਰ ਮਾਮਲਾ ਗਹਿ ਕੱਚ ਹੋ ਜਾਊਗਾ। ਅਗਲੀ ਗੱਲ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਆ। ਇੱਕ ਨਵਾਂ ਪੈਨਲ ਗਠਿਤ ਕਰਤਾ ਗਿਆ ਜਾਂਚ ਲਈ, ਤੁਹਾਡੇ ਨਾਲ ਸਾਂਝ ਪਾਉਣੇ ਕਿ ਕਿੰਨਾ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਤੇ ਅਗਲੀ ਗੱਲ, ਕਾਰਜਕਾਰੀ ਜਥੇਦਾਰ ਸਾਹਿਬ ਨੂੰ ਸ਼ੀਸ਼ਾ ਵਿਖਾ ਰਹੇ ਨੇ ਹਵਾਰਾ ਕਮੇਟੀ ਪੈਨਲ ਵਾਲੇ। ਕਹਿੰਦੇ ਕਾਰਜਕਾਰੀ ਜਥੇਦਾਰ ਕੌਮ ਦੇ ਫੈਸਲੇ ਕਿਵੇਂ ਲੈ ਸਕਦੇ ਆ, ਕਾਰਜਕਾਰੀ ਜਥੇਦਾਰ ਕਿਵੇਂ ਸਮਰੱਥ ਨੇ ਕੌਮ ਦੇ ਫੈਸਲੇ ਲੈਣ ਦੀ। ਔਰ ਦਿਲਚਸਪ ਗੱਲ ਇਹ ਆ ਕਿ ਅੱਜ ਜਥੇਦਾਰ ਸਾਹਿਬ ਨੇ ਜਰਨਲਿਸਟ ਬੁਲਾਏ ਨੇ ਤਲਵੰਡੀ ਸਾਬੋ ਦੀ ਧਰਤੀ ਤੇ, ਤਖਤ ਦਮਦਮਾ ਸਾਹਿਬ ਤੇ, ਜਿੱਥੋਂ ਦੇ ਉਹ ਫੁੱਲ ਫਲੈਜ ਜਥੇਦਾਰ ਨੇ। ਔਰ ਇਹਦੇ 'ਚ ਇਹ ਗੱਲ ਬਹੁਤ ਕਲੀਅਰ ਕਰਨ ਵਾਲੀ ਆ ਕਿ ਪੁਲਿਸ ਨੂੰ ਸ਼ੱਕ ਹੈ ਕਿ ਕਿਤੇ ਉੱਥੇ ਅਮਰਤਪਾਲ ਸਿੰਘ ਸਰੈਂਡਰ ਨਾ ਕਰਦੇ। ਮੀਡੀਆ ਦੀ ਹਾਜ਼ਰੀ ਦੇ ਵਿੱਚ ਜੇਕਰ ਉਹ ਤਖਤ ਸਾਹਿਬ ਤੋਂ ਸਰੈਂਡਰ ਕਰਦਾ ਹੈ, ਸੁਰਖੀ ਬਹੁਤ ਵੱਡੀ ਬਣਨੀ ਆ, ਸਰਕਾਰ ਦੀ ਪੁਲਿਸ ਦੀ ਕਿਰਕਰੀ ਹੋਣ ਵਾਲੀ ਆ। ਹਾਲਾਂਕਿ ਜਥੇਦਾਰ ਤੋਂ ਇਹ ਉਮੀਦ ਕੀਤੀ ਹੀ ਨਹੀਂ ਜਾ ਸਕਦੀ ਕਿ ਇੰਜ ਹੋਵੇ। ਰਿਊਮਰਸ ਦੇ ਅੱਗੇ ਕਿਹੜਾ ਤੁਸੀਂ ਕੋਈ ਰੋਕ ਲਾ ਸਕਦੇ ਹੋ। ਭਾਸਕਰ ਸਾਹਿਬ, ਸਭ ਤੋਂ ਪਹਿਲਾਂ, ਵੈਸੇ ਮੈਂ ਬਹੁਤ ਲੰਬਾ ਖਿੱਚ ਗਿਆ, ਆਪਾਂ ਅੱਜ ਦੋਵਾਂ ਨੇ ਪ੍ਰੋਗਰਾਮ ਕਰਨਾ ਹੈ। ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਸਭ ਤੋਂ ਅਹਿਮ ਮਾਮਲਾ ਵਾ ਡਰੱਗਸ ਵਾਲਾ, ਪੰਜਾਬ ਦੀ ਧਰਤੀ ਤੇ ਇਹ ਇੰਨਾ ਖਿੱਚਿਆ ਗਿਆ ਔਰ ਇਹ ਇੰਨਾ ਰੋਲ ਘਚੋਲਾ ਪਿਆ ਹੋਇਆ। ਜਦੋਂ ਹੁਣ ਡਰੱਗ ਰਿਪੋਰਟਸ ਖੁੱਲੀਆਂ, ਸੀਲਬੰਦ ਲਿਫਾਫੇ ਸਰਕਾਰ ਕੋਲ ਆ ਗਏ, ਰਿਪੋਰਟ ਹੋਇਆ ਕੁਝ ਅਖਬਾਰਾਂ ਦੇ ਵਿੱਚ ਕਿ ਇਹਦੇ ਵਿੱਚ ਹੈ ਕੀ ਆ। ਉਹਨਾਂ ਰਿਪੋਰਟਾਂ ਦੇ ਆਧਾਰ ਤੇ ਦੱਸਿਓ ਕਿਸੇ ਨੂੰ ਕੀ ਇੰਡਾਈਟ ਕੀਤਾ ਗਿਆ, ਕਿਸੇ ਨੂੰ ਦੋਸ਼ੀ ਠਹਿਰਾਇਆ ਗਿਆ, ਕਿਸੇ ਦੀ ਜ਼ਿੰਮੇਵਾਰੀ ਫਿਕਸ ਕੀਤੀ ਗਈ ਹੈ ਕੀ ਰਿਪੋਰਟਾਂ 'ਚ? ਬਿਲਕੁਲ, ਇਹਨਾਂ ਰਿਪੋਰਟਾਂ ਦਾ ਜ਼ਿਕਰ 5 ਸਾਲਾਂ ਤੋਂ ਲਗਾਤਾਰ ਅਖਬਾਰਾਂ ਦੇ ਵਿੱਚ ਵੀ ਹੋ ਰਿਹਾ ਤੇ ਰਾਜਨੀਤੀ ਦੇ ਗਲਿਆਰਿਆਂ ਦੇ ਵਿੱਚ ਵੀ ਹੋ ਰਿਹਾ। ਉਹਨਾਂ ਰਿਪੋਰਟਾਂ ਦਾ ਕੱਲ ਖੁਲਾਸਾ ਹੋਇਆ। ਅਖਬਾਰਾਂ ਦੇ ਵਿੱਚ ਜਿਹੜੀ ਖਬਰਾਂ ਛਪੀਆਂ ਉਹਦੇ ਹਿਸਾਬ ਨਾਲ ਇੱਕ ਵੀ ਪੁਲਿਸ ਵਾਲਾ ਉਹਨੂੰ ਕਿਸੇ ਨੂੰ ਵੀ ਇੰਡਾਈਟ ਨਹੀਂ ਕੀਤਾ ਇਸ ਰਿਪੋਰਟ ਦੇ ਵਿੱਚ।
ਔਰ ਉਹਨਾਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ, ਕਿਉਂਕਿ ਰਾਜਜੀਤ ਸਿੰਘ ਜਿਹੜੇ ਮੋਗੇ ਦੇ ਐਸਐਸਪੀ ਸੀ, ਉਸ ਤੋਂ ਪਹਿਲੇ ਤਰਨਤਾਰਨ ਦੇ ਐਸਐਸਪੀ ਸੀ, ਉਹਨਾਂ ਦੇ ਬਾਰੇ ਚ ਕਿਹਾ ਜਾ ਰਿਹਾ ਸੀਗਾ ਕਿ ਉਹਨਾਂ ਦਾ ਨਾਂ ਇਸ ਰਿਪੋਰਟ ਦੇ ਵਿੱਚ ਬਤੌਰ ਪੁਲਿਸ ਆਫੀਸਰ ਜਿਹੜਾ ਨੈਕਸਸ ਹੈਗੀ ਹੈ ਡਰਗ ਪੈਡਲਰ ਦੇ ਨਾਲ, ਉਹਨਾਂ ਦਾ ਨਾਂ ਹੈ। ਪਰ ਰਿਪੋਰਟ ਜਦ ਪੜ੍ਹੀ ਜਾਂਦੀ ਹੈ, ਉਹਨਾਂ ਰਿਪੋਰਟਾਂ ਦੇ ਵਿੱਚ ਐਦਾਂ ਦਾ ਕੁਝ ਵੀ ਨਹੀਂ ਹੈਗਾ। ਔਰ ਕੋਈ ਵੀ ਪੰਜਾਬ ਪੁਲਿਸ ਦਾ ਅਫਸਰ ਸਵਾਏ ਇੰਦਰਜੀਤ ਦੇ, ਕਿਉਂਕਿ ਇੰਦਰਜੀਤ ਤੇ ਪਹਿਲੇ ਹੀ ਫੜਿਆ ਜਾ ਚੁੱਕਿਆ ਸੀ ਕਿ 5 ਜਨਵਰੀ ਨੂੰ FIR ਦਰਜ ਹੋਈ ਸੀ, ਔਰ ਰਾਜਜੀਤ ਉਹਨਾਂ ਦੇ ਇੰਦਰਜੀਤ ਦੇ ਨਾਲ ਲਿੰਕ ਹੋਣ ਦੀ ਗੱਲਾਂ ਤੁਰਦੀ ਜ਼ਰੂਰ ਸੀ, ਪਰ ਇਸ ਰਿਪੋਰਟ ਦੇ ਵਿੱਚ ਰਾਜਜੀਤ ਨੂੰ ਵੀ ਵਰਚੁਅਲੀ ਕਲੀਨ ਚਿੱਟ ਦਿੱਤੀ ਗਈ ਹੈ। ਔਰ ਇਹਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਰਾਜਜੀਤ ਨੇ ਬਤੌਰ ਤਰਨਤਾਰਨ SSP ਹੁੰਦੇ ਹੋਏ ਡਬਲ ਪ੍ਰਮੋਸ਼ਨ ਦੀ ਰਿਕਮੈਂਡੇਸ਼ਨ ਕੀਤੀ ਸੀ ਇੰਦਰਜੀਤ ਦੀ, ਔਰ ਉਸ ਤੋਂ ਪਹਿਲੇ ਇੰਦਰਜੀਤ ਨੂੰ ਚੇਚੇ ਤੌਰ ਤੇ ਤਰਨਤਾਰਨ ਪੋਸਟਿੰਗ ਵਾਸਤੇ ਰਿਕਮੈਂਡੇਸ਼ਨ ਕੀਤੀ ਸੀ, ਉਹ ਵੀ ਤਦ ਜਦ 40 ਅਫਸਰ ਇੰਦਰਜੀਤ ਤੋਂ ਵੀ ਸੀਨੀਅਰ ਆਲਰੇਡੀ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਇਨਵੋਲਵ ਆਲਰੇਡੀ ਅਵੇਲੇਬਲ ਸੀਗੇ। ਪਰ ਹੁਣ ਇੰਦਰਜੀਤ ਉਹਨਾਂ ਦੀ ਤੇ ਗੱਲ ਤੁਰਦੀ ਹੈ, ਰਾਜਜੀਤ ਉਹਨਾਂ ਨੂੰ ਕਲੀਨ ਚੀਟ। ਔਰ ਉੱਥੇ ਇੱਕ ਇਸ ਰਿਪੋਰਟ ਦੇ ਵਿੱਚ ਜਲੰਧਰ ਦਾ ਇੱਕ ਬਾਠ ਕੈਸਲ ਹੈਗਾ, ਉਹਦੇ ਮਾਲਕ ਬਾਠ ਕੈਸਲ ਤੋਂ ਗੱਲ ਸ਼ੁਰੂ ਕਰਿਓ। ਸਿਰਫ ਮੈਂ ਇੰਨਾ ਪੁੱਛਣਾ ਚਾਹੁੰਦਾ ਹੈ ਕਿ ਰਾਜਜੀਤ ਸਿੰਘ ਕਲੀਅਰ ਕਰਨਗੇ ਕਿ ਜਿਹੜੀ ਇੰਦਰਜੀਤ ਨੂੰ ਡਬਲ ਪ੍ਰਮੋਸ਼ਨ ਦੀ ਰਿਕਮੈਂਡੇਸ਼ਨ ਉਹਨਾਂ ਨੇ ਆਪਣੇ ਆਪ ਕੀਤੀ ਸੀ ਜਾਂ ਕਿਸੇ ਦੇ ਕਹਿਣ ਤੇ ਕੀਤੀ ਸੀ? ਕੀ ਕੋਈ ਸਿਆਸੀ ਕਨੈਕਸ਼ਨ ਵੀ ਇਹਦੇ ਵਿੱਚ ਹੈਗਾ? ਇਹ ਤੇ ਰਾਜਜੀਤ ਕਲੀਅਰ ਕਰ ਸਕਦੇ। ਹੁਣ ਤੁਸੀਂ ਆਓ ਬਾਠ ਕੈਸਲ। ਦੇਖੋ, ਬਾਠ ਕੈਸਲ ਦੀ ਗੱਲ ਕਰੀਏ, ਖੈਰ ਉਸ ਤੋਂ ਪਹਿਲੇ ਤੁਸੀਂ ਗੱਲ ਹੈ ਪੁੱਛੀ ਹੈ ਮੈਨੂੰ, ਮੈਂ ਉਹਦੇ ਉੱਤੇ ਵੀ ਕਲੈਰੀਫਾਈ ਕਰਨਾ ਚਾਹਾਂਗਾ। ਤਰਨਤਾਰਨ ਦੇ ਵਿੱਚ ਚੇਚੇ ਤੌਰ ਤੇ ਰਾਜਜੀਤ ਉਹਨਾਂ ਨੂੰ ਬੁਲਾਇਆ ਜਾਂਦਾ ਹੈ, ਇੰਦਰਜੀਤ ਉਹਨਾਂ ਨੂੰ ਬੁਲਾਇਆ ਜਾਂਦਾ ਰਾਜਜੀਤ ਉਹਨਾਂ ਦਾ। ਔਰ ਉਸ ਤੋਂ ਬਾਅਦ ਜਦ ਉਹ ਤਰਨਤਾਰਨ ਦਾ ਚਾਰਜ ਛੱਡ ਕੇ ਹੁਸ਼ਿਆਰਪੁਰ ਦੇ ਵਿੱਚ SSP ਲੱਗਦੇ ਨੇ, ਤਦ ਵੀ ਇੱਕ ਸਪੈਸ਼ਲ ਰਿਕਮੈਂਡੇਸ਼ਨ ਕਰਦੇ ਨੇ ਇੰਦਰਜੀਤ ਦੀ ਕਿ ਬੜਾ ਹਾਰਡ ਵਰਕਿੰਗ ਅਫਸਰ ਹੈ। ਔਰ ਇਸ ਰਿਪੋਰਟ ਦੇ ਵਿੱਚ ਇਹ ਵੀ ਗੱਲ ਲਿਖੀ ਹੈ ਕਿ ਰਾਜਜੀਤ ਉਹਨਾਂ ਨੂੰ ਉਹਨਾਂ ਦੇ ਇੰਦਰਜੀਤ ਦੇ ਨਾਲ ਲਿੰਕ ਦੀ ਗੱਲ ਕੀਤੀ। ਉਹ ਕਹਿੰਦੇ ਮੇਰੇ ਨਾਲ ਤੇ ਸਿਰਫ ਇੰਦਰਜੀਤ ਨੇ 14 ਮਹੀਨੇ ਹੀ ਕੰਮ ਕੀਤਾ ਹੈ, ਬਲਕਿ ਮੇਰੇ ਤੋਂ ਪਹਿਲੇ ਬਹੁਤ ਸਾਰੇ ਇਦਾਂ ਦੇ ਅਫਸਰ ਹੈਗੇ ਨੇ ਜਿਨ੍ਹਾਂ ਦੇ ਨਾਲ ਇੰਦਰਜੀਤ ਨੇ ਮੇਰੇ ਤੋਂ ਵੀ ਜ਼ਿਆਦਾ ਟਾਈਮ ਤੱਕ ਕੰਮ ਕੀਤਾ। ਔਰ ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਕਈ ਵਾਰ ਇਹ ਗੱਲ ਕਹਿ ਚੁੱਕੇ ਆ ਕਿ ਇੰਦਰਜੀਤ ਤਕਰੀਬਨ ਸਾਰੇ ਸੀਨੀਅਰ ਪੁਲਿਸ ਅਫਸਰਾਂ ਦਾ ਹਰਮਨ ਪਿਆਰਾ ਸੀਗਾ। ਔਰ ਇੰਦਰਜੀਤ ਉਹਨਾਂ ਨੂੰ ਚੇਚੇ ਤੌਰ ਤੇ CIA ਦਾ ਚਾਰਜ ਜਲੰਧਰ ਦੇ ਵਿੱਚ ਵੀ, ਤਰਨਤਾਰਨ ਦੇ ਵਿੱਚ ਵੀ, ਔਰ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਦਿੱਤਾ ਗਿਆ ਸੀ। ਔਰ ਉਹ ਸਭ ਤੋਂ ਜ਼ਿਆਦਾ ਡਰੱਗ ਫੜਨ ਵਾਲਾ ਇੱਕ ਇੰਸਪੈਕਟਰ ਦੇ ਤੌਰ ਤੇ ਜਾਣਿਆ ਜਾਂਦਾ ਸੀਗਾ। ਸਿੱਧਾ ਹੈੱਡ ਕਾਂਸਟੇਬਲ ਤੋਂ ASI ਔਰ ਉਸ ਤੋਂ ਬਾਅਦ ਇੰਸਪੈਕਟਰ। ਇਹਨਾਂ ਸਾਰੀ ਗੱਲਾਂ ਦੇ ਪਿੱਛੇ ਸਪੈਸ਼ਲ ਰਿਕਮੈਂਡੇਸ਼ਨ ਪੁਲਿਸ ਅਫਸਰਾਂ ਦੀ ਸੀਗੇ। ਹੁਣ ਕਿੰਨੇ ਹੋਰ ਰਿਕਮੈਂਡੇਸ਼ਨ ਕੀਤੀ ਪਤਾ ਨਹੀਂ। ਬਾਠ ਕੈਸਲ ਦੀ ਗੱਲ ਤੁਸੀਂ ਮੈਨੂੰ ਪੁੱਛੀ ਹੈ, ਬਾਠ ਕੈਸਲ ਜਲੰਧਰ ਦੇ ਵਿੱਚ ਇੱਕ ਬੜਾ ਵੱਡਾ ਕੈਸਲ ਹੈਗਾ, ਮਤਲਬ ਇੱਕ ਮੈਰਿਜ ਪੈਲੇਸ ਹੈਗਾ, ਉਹਦੇ ਓਨਰ ਹੈਗੇ ਪਵਿੱਤਰ ਸਿੰਘ ਉੱਪਲ। ਉਹਨਾਂ ਦੇ ਨਾਲ ਰਾਜਜੀਤ ਉਹਨਾਂ ਦੇ ਲਿੰਕ ਔਰ ਡਰੱਗ ਮਨੀ ਦਾ ਜ਼ਿਕਰ ਜ਼ਰੂਰ ਅਖਬਾਰਾਂ ਦੇ ਵਿੱਚ ਹੋਇਆ ਸੀ। ਪਰ ਇਸ ਰਿਪੋਰਟ ਦੇ ਵਿੱਚ ਜਿਹੜੀ 3 ਰਿਪੋਰਟਾਂ ਦਾ ਜ਼ਿਕਰ ਅਸੀਂ ਕਰ ਰਹੇ ਹਾਂ, ਇਹਦੇ ਵਿੱਚ ਵੀ ਵਰਚੁਅਲੀ ਕਲੀਨ ਚਿੱਟ ਦਿੱਤੀ ਗਈ ਹੈ। ਹਾਂ, ਰਾਜਜੀਤ ਦੀ ਪ੍ਰਾਪਰਟੀ ਦੇ ਉੱਤੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ, ਇਹਦਾ ਜ਼ਿਕਰ ਇਹਨਾਂ ਰਿਪੋਰਟਾਂ ਦੇ ਵਿੱਚ ਤੇ ਜ਼ਰੂਰ ਹੈ। ਔਰ ਅੱਗੇ ਵੀ ਹੈ IT ਰੂਲ ਦੇ ਹਿਸਾਬ ਨਾਲ ਪਵਿੱਤਰ ਸਿੰਘ ਉਹਨਾਂ ਦਾ ਤੇ ਰਾਜਜੀਤ ਸਿੰਘ ਉਹਨਾਂ ਦਾ ਪ੍ਰਾਪਰਟੀ ਦਾ ਕੀ ਲਿੰਕ ਹੈਗਾ, ਉਹਦੀ ਇਨਵੈਸਟੀਗੇਸ਼ਨ ਦੀ ਵੀ ਰਿਕਮੈਂਡੇਸ਼ਨ ਇਸ ਰਿਪੋਰਟ ਦੇ ਵਿੱਚ ਕੀਤੀ ਗਈ ਹੈ। ਜਿੱਥੇ ਤੱਕ ਕਿਸੇ ਵੀ ਪੁਲਿਸ ਵਾਲੇ ਜਾਂ ਕਿਸੇ ਵੀ ਡਰੱਗ ਲਾਰਡ ਦੀ ਗੱਲ ਕਰੀਏ, ਵੱਡੇ ਡਰੱਗ ਕਾਰੋਬਾਰੀ ਕਹਿ ਲਓ ਜਾਂ ਡਰੱਗ ਪੈਡਲਰ ਕਹਿ ਲਓ, ਕਿਸੇ ਦਾ ਵੀ ਨਾਂ ਇਸ ਰਿਪੋਰਟ ਦੇ ਵਿੱਚ ਨਹੀਂ ਹੈ। ਔਰ ਕੋਈ ਹੋਰ ਪੁਲਿਸ ਅਫਸਰ, ਕਿਉਂਕਿ ਬਹੁਤ ਸਾਰੀ ਗੱਲਾਂ ਇਨਫਾਰਮਲ ਵੇ ਨਾਲ ਚੱਲਦੀ ਸੀ ਕਿ ਕਈ ਹੋਰ ਅਫਸਰਾਂ ਦੇ ਵੀ ਨਾਂ ਇਹਨਾਂ ਰਿਪੋਰਟਾਂ ਦੇ ਵਿੱਚ ਹੈ। ਇਹਨਾਂ ਸਾਰੀ ਗੱਲਾਂ ਦੇ ਉੱਤੇ ਵਿਰਾਮ ਲੱਗਿਆ ਜਦ ਇਹ ਰਿਪੋਰਟ ਪੜ੍ਹਨ ਤੋਂ ਬਾਅਦ ਇਹ ਗੱਲ ਕੀਤੀ ਗਈ ਕਿ ਇਸ ਰਿਪੋਰਟ ਦੇ ਵਿੱਚ ਇੰਡਾਈਟ ਨਹੀਂ ਕੀਤਾ ਗਿਆ। ਹਾਂ, ਇੱਕ ਤਰ੍ਹਾਂ ਨਾਲ ਇਹ ਕਲੀਨ ਚਿੱਟ ਵਰਗੀ ਗੱਲ ਹੋ ਜਾਂਦੀ ਹੈ, ਲੇਕਿਨ ਜਿਹੜਾ ਸ਼ੋਰ ਸੀ ਉਹ ਸ਼ੋਰ ਥੰਮ ਗਿਆ। ਇਹ 2 ਵੱਡੀਆਂ ਅਖਬਾਰਾਂ ਨੇ ਇਨਵੈਸਟੀਗੇਟਿਵ ਜਰਨਲਿਜ਼ਮ ਦੇ ਨਜ਼ਰੀਏ ਤੋਂ ਇਹਨੂੰ ਪੇਸ਼ ਤਾਂ ਕੀਤਾ ਹੈ, ਪਰ ਅਸੀਂ ਕੋਸ਼ਿਸ਼ ਕਰਾਂਗੇ ਇਹਦੇ ਹੋਰ ਤੱਥਾਂ ਤੱਕ ਜਾਣ ਦੀ ਦਿਨ ਵੇਲੇ ਕਿ ਕੀ ਇਹਦੇ ਕੋਈ ਹੋਰ ਕੋਣ ਵੀ ਹੈ, ਕੁਝ ਹੋਰ ਐਂਗਲ ਵੀ ਹੈ, ਕੁਝ ਛੁਪਾਇਆ ਤਾਂ ਨਹੀਂ ਜਾ ਰਿਹਾ। ਇਹ ਜ਼ਰੂਰ ਤੁਹਾਡੇ ਨਾਲ ਸਾਂਝ ਪਾਉਂਦੇ ਆ, ਪਰ ਮੁੱਢਲੇ ਤੌਰ ਦੇ ਉੱਤੇ ਇਹਨਾਂ ਦੇ ਵਿੱਚੋਂ ਬਹੁਤਾ ਕੁਝ ਨਿਕਲ ਕੇ ਆ ਨਹੀਂ ਰਿਹਾ। ਬਾਕੀ ਹੁਣ ਇਹਨਾਂ ਦੇ ਵਿੱਚ ਕੀ ਆ ਜ਼ਰੂਰ ਅੱਗੇ ਵਧਾਂਗੇ। ਪਰ ਭਾਸਕਰ ਸਾਹਿਬ, ਅੱਜ ਅਸੀਂ ਇਸੇ ਕਰਕੇ ਜ਼ਿਕਰ ਕਰ ਰਹੇ ਹਾਂ ਕਿ ਜਿਹੜੇ ਹਾਈ ਪ੍ਰੋਫਾਈਲ ਕੇਸ ਸੀ ਉਹਨਾਂ ਦਾ ਇਸ ਤਰੀਕੇ ਨਾਲ ਮੂਧੇ ਮੂੰਹ ਡਿੱਗਣਾ, ਪਹਿਲਾਂ ਇਹਨਾਂ ਦੀ ਇੰਨੀ ਹਾਈਪ, ਫਿਰ ਇਹਨਾਂ ਨੇ ਹੌਲੀ ਹੌਲੀ ਜਾਂਚਾਂ ਦੇ ਅੱਗੋਂ ਜਾ ਕੇ ਕੁਝ ਵੀ ਨਾ ਨਿਕਲਣਾ। ਇਸੇ ਤਰ੍ਹਾਂ ਦਾ ਇੱਕ ਹੋਰ ਕੇਸ ਜਿਹੜਾ ਅਜੇ ਸੁਪਰੀਮ ਕੋਰਟ 'ਚ ਜਾ ਕੇ ਫਸ ਗਿਆ, PSIEC ਦਾ ਮਾਮਲਾ, ਔਰ ਜਿਹੜੇ ਇੰਡਸਟਰੀਅਲ ਪਲਾਟਸ ਦੇ ਮਾਮਲੇ ਨੇ, ਇਹ ਕਾਫੀ ਦੇਰ ਤੋਂ ਚਰਚਾ 'ਚ ਆ ਔਰ ਇਹ ਬੜੇ ਸਾਲਾਂ ਤੋਂ, ਹੁਣ ਨਹੀਂ, ਇਹਦੇ ਤੇ ਕਈ ਜਾਂਚ ਰਿਪੋਰਟਾਂ ਵੀ ਆਈਆਂ। ਇਹਦੇ ਵਿੱਚ ਵਿਜੀਲੈਂਸ ਨੇ ਪਹਿਲਾਂ ਵੀ ਜਾਂਚ ਆਰੰਭੀ ਸੀ,
ਫਿਰ 3 IAS ਅਫਸਰਾਂ ਨੇ ਵੀ ਇਹਦੇ ਉੱਤੇ ਕੰਮ ਕੀਤਾ, ਗੱਲ ਕੀਤੀ। ਇੱਕ ਮੁੱਖ ਮੰਤਰੀ ਦੀ ਚਿੱਠੀ ਦਾ ਵੀ ਜ਼ਿਕਰ ਹੁੰਦਾ ਰਿਹਾ, ਕੈਪਟਨ ਅਮਰਿੰਦਰ ਸਿੰਘ ਜੀ ਦਾ। ਉਹਦੇ ਬਾਰੇ ਅਜੇ ਕਲੈਰਿਟੀ ਨਹੀਂ ਸੀ ਕਿ ਚਿੱਠੀ ਜਾਰੀ ਵੀ ਹੋਈ ਕਿ ਜਾਲੀ ਸੀ ਕਿ ਕੀ ਆ। ਉਹਦੇ ਸੰਬੰਧੀ ਇੱਕ FIR ਸ਼ਾਇਦ ਚੰਡੀਗੜ੍ਹ ਦੇ ਵਿੱਚ ਦਰਜ ਹੋਈ ਆ। ਹੁਣ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ 4 ਹਫ਼ਤਿਆਂ ਲਈ ਸਟੇ ਲਾ ਦਿੰਦੀ ਆ, ਰੋਕ ਲਾ ਦਿੰਦੀ ਆ। ਇਹ ਮੈਨੂੰ ਦੱਸਿਓ ਮਾਜਰਾ ਕੀ ਆ, ਕਿ ਹੁਣ ਇਹ ਸੁਣਵਾਈ ਸੁਪਰੀਮ ਕੋਰਟ 'ਚ ਹੋਊਗੀ ਅੱਗੇ? ਰੋਕ ਲਾਉਣ ਤੋਂ ਬਾਅਦ ਆਮ ਤੌਰ ਤੇ ਇਹ ਸੁਣਵਾਈ ਲਈ ਕੇਸ ਅੱਗੇ ਤੁਰ ਪੈਂਦਾ ਹੈ। ਇਹਦਾ ਮਤਲਬ ਹੈ ਅਗਲੀ ਤਰੀਕ ਕੋਈ 4 ਹਫ਼ਤਿਆਂ ਦੀ ਆ। ਇਹਦੀ ਸਾਰੀ ਜਾਂਚ ਵਿਜੀਲੈਂਸ ਜੋ ਕਰ ਰਹੀ ਆ ਉਹਦੇ ਤੇ ਰੋਕ ਲੱਗੀ ਆ। ਤੁਹਾਨੂੰ ਯਾਦ ਹੋਵੇ ਇਹਦੇ ਇਸ FIR ਦੇ ਵਿੱਚ ਸੁੰਦਰ ਸ਼ਾਮ ਅਰੋੜਾ ਤੋਂ ਲੈ ਕੇ IAS ਨੀਲਮਾ ਤੱਕ ਕਾਫੀ ਲੋਕਾਂ ਦੀ ਸ਼ਮੂਲੀਅਤ ਰੱਖੀ ਗਈ ਆ ਜਿਨ੍ਹਾਂ ਦੇ ਨਾਮ ਦਰਜ ਨੇ। ਭਾਸਕਰ ਸਾਹਿਬ ਗੱਲ ਤੋਰੋ। ਜਦੋਂ ਇਹ ਗੱਲ ਤੁਰੀ ਸੀ ਰੰਧਾਵਾ ਜੀ, ਤੁਹਾਨੂੰ ਯਾਦ ਹੋਏਗਾ PSIC ਦਾ ਸਕੈਮ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਇਹ ਐਲੀਗੇਸ਼ਨ ਲੱਗੇ ਸੀ ਉਸ ਜਨਵਰੀ 5 ਦੀ ਵਿਜੀਲੈਂਸ ਬਿਊਰੋ ਨੇ ਜਿਹੜੀ FIR ਦਰਜ ਕੀਤੀ ਸੀ। ਉਸ FIR ਦੇ ਵਿੱਚ ਖਾਸ ਤੌਰ ਤੇ ਇਹ ਐਲੀਗੇਸ਼ਨ ਲੱਗਿਆ ਸੀ 25 ਏਕੜ ਦਾ ਜਿਹੜਾ ਇੰਡਸਟਰੀਅਲ ਪਲਾਟ ਸੀ ਉਹਨੂੰ ਬਾਈਫਰਕੇਟ ਕੀਤਾ ਗਿਆ ਸੀ ਛੋਟੇ ਪਲਾਟਾਂ ਦੇ ਵਿੱਚ, ਔਰ ਉਹ ਇੱਕ ਤਰੀਕੇ ਨਾਲ ਥਰੋ ਅਵੇ ਪ੍ਰਾਈਜ਼ਸ ਦੇ ਵਿੱਚ ਵੇਚੇ ਗਏ ਸੀ ਉਹਨਾਂ ਅਫਸਰਾਂ ਦੇ, ਉਹਨਾਂ ਪੋਲੀਟੀਸ਼ੀਅਨਾਂ ਦੇ ਰਿਸ਼ਤੇਦਾਰਾਂ ਨੂੰ, ਕਿਉਂਕਿ ਕੁਝ ਲੋਕਾਂ ਦੇ ਨਾਂ ਵੀ ਨਿਕਲ ਕੇ ਆਏ ਸੀ। ਉਸ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ। ਇਸ ਮਾਮਲੇ ਦੇ ਵਿੱਚ ਜਿਹੜੇ ਐਕਸੀਅਨ ਪਰਮਿੰਦਰ ਸਿੰਘ ਹੈ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ। ਉਸ ਪਟੀਸ਼ਨ ਦੇ ਤੇ ਸੁਣਵਾਈ ਕਰਦੇ ਹੋਏ ਜਸਟਿਸ ਕ੍ਰਿਸ਼ਨਾ ਮੁਰਾਰੀ ਤੇ ਜਸਟਿਸ CT ਰਵੀ ਕੁਮਾਰ ਉਹਨਾਂ ਦੀ ਬੈਂਚ ਨੇ ਕੱਲ ਇਸ ਮੁੱਦੇ ਦੇ ਉੱਤੇ, ਇਸ ਕੇਸ ਦੇ ਉੱਤੇ, ਇਸ ਇਨਵੈਸਟੀਗੇਸ਼ਨ ਦੇ ਉੱਤੇ 4 ਹਫ਼ਤੇ ਦੀ ਰੋਕ ਲਾਤੀ ਹੈ। ਔਰ ਉਹ ਸੈਕਸ਼ਨ 17A ਦੀ ਗੱਲ, ਜਿਸ ਮੁੱਦੇ ਦੇ ਉੱਤੇ IAS ਲੌਬੀ ਬੜੀ ਐਕਟਿਵ ਸੀਗੀ ਔਰ ਉਹਨਾਂ ਨੇ ਮੁੱਖ ਮੰਤਰੀ ਨੂੰ ਮਿਲ ਕੇ ਆਪਣਾ ਪ੍ਰੋਟੈਸਟ ਵੀ ਜ਼ਾਹਿਰ ਕੀਤਾ ਸੀ। ਉਸ ਤੋਂ ਬਾਅਦ ਇਸ ਕੇਸ ਦੇ ਉੱਤੇ ਲਗਾਤਾਰ ਇਨਵੈਸਟੀਗੇਸ਼ਨ ਵੀ ਰੁਕੀ ਹੋਈ ਸੀ ਤੇ ਹੁਣ ਸੁਪਰੀਮ ਕੋਰਟ ਦਾ ਉਹ ਫੈਸਲਾ। ਔਰ ਸੈਕਸ਼ਨ 17A ਦੇ ਉੱਤੇ ਮੁੱਖ ਮੰਤਰੀ ਨੇ ਆਪ ਚਿੱਠੀ ਲਿਖ ਕੇ ਇਹ ਪੁੱਛਿਆ ਗਿਆ ਸੀ ਕਿ ਇਹ ਪਰਮਿਸ਼ਨ ਕਿਉਂ ਨਹੀਂ ਲਿੱਤੀ ਗਈ, ਔਰ ਵਿਜੀਲੈਂਸ ਬਿਊਰੋ ਨੂੰ ਵੀ ਇੰਸਟਰਕਸ਼ਨ ਦਿੱਤੀ ਸੀ ਅੱਗੇ ਤੋਂ ਏਦਾਂ ਦੇ ਮਾਮਲੇ ਜਿਹਦੇ ਵਿੱਚ ਕਿਸੇ ਆਫੀਸਰ ਦੇ ਖਿਲਾਫ FIR ਜਾਂ ਕੋਈ ਐਕਸ਼ਨ ਲੈਣਾ ਹੁੰਦਾ ਉਸ ਤੋਂ ਪਹਿਲੇ ਇਹ ਮੈਂਡੇਟਰੀ ਪਰਮਿਸ਼ਨ ਲੈਣੀ ਚਾਹੀਦੀ ਹੈ। ਉਹ ਮੁੱਦਾ ਸੁਪਰੀਮ ਕੋਰਟ ਦੇ ਵਿੱਚ ਆ ਕੇ 4 ਹਫ਼ਤੇ ਵਾਸਤੇ ਅਟਕ ਜਾਂਦਾ ਹੈ। 4 ਹਫ਼ਤੇ ਵਾਸਤੇ ਇਨਵੈਸਟੀਗੇਸ਼ਨ ਰੋਕ ਦਿੱਤੀ ਜਾਂਦੀ ਹੈ ਔਰ ਅਗਲੀ ਸੁਣਵਾਈ ਦੇ ਵਿੱਚ ਕੋਈ ਰਿਹਾਈ ਜਾਂ ਫਿਰ ਕੋਈ ਰਾਹਤ ਉਹਨਾਂ ਸਾਰੇ ਐਕਿਊਜ਼ ਨੂੰ, ਜਿਨ੍ਹਾਂ ਵਿੱਚੋਂ ਇੱਕ ਨਾਮ ਪਰਮਿੰਦਰ ਸਿੰਘ ਦਾ ਵੀ ਹੈ ਜਿਨ੍ਹਾਂ ਦੀ ਪਟੀਸ਼ਨ ਦੇ ਉੱਤੇ ਇਹ ਰੋਕ ਸੁਪਰੀਮ ਕੋਰਟ ਨੇ ਲਾਈ ਹੈ, ਮਿਲਦੀ ਹੈ ਕਿ ਨਹੀਂ ਮਿਲਦੀ। ਲੇਕਿਨ ਫਿਲਹਾਲ ਇਸ ਕੇਸ ਦੇ ਉੱਤੇ ਹੁਣ ਵਿਜੀਲੈਂਸ ਬਿਊਰੋ ਬਹੁਤਾ ਅੱਗੇ ਨਹੀਂ ਵਧ ਸਕਦਾ, ਪਰ ਇਸ ਮੁੱਦੇ ਦੇ ਉੱਤੇ ਹੁਣ ਸੁਪਰੀਮ ਕੋਰਟ ਦੀ ਰੋਕ, ਇਸ ਨੂੰ ਤੁਸੀਂ ਇੱਕ ਰਾਹਤ ਦੇ ਤੌਰ ਤੇ ਵੀ ਦੇਖ ਸਕਦੇ ਹੋ। ਜਿਹੜੇ ਉਹਨਾਂ तमाम ਐਕਿਊਜ਼ ਨੂੰ ਹਜੇ ਤੱਕ ਬੁੱਕ ਕੀਤਾ ਗਿਆ, ਰਿਮਾਂਡ ਤੇ ਲਿੱਤਾ ਗਿਆ, ਔਰ ਮੈਨੇਜਿੰਗ ਡਾਇਰੈਕਟਰ SP ਸਿੰਘ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੇ ਪਿਤਾ ਦੇ ਕ੍ਰਿਮੇਸ਼ਨ ਗਰਾਊਂਡ ਤੋਂ, ਯਾਨੀ ਜਦੋਂ ਉਹਨਾਂ ਦਾ ਸੰਸਕਾਰ ਹੋ ਰਿਹਾ ਸੀ, ਇਹਦੇ ਉੱਤੇ ਹੁਣ ਸੁਪਰੀਮ ਕੋਰਟ ਦੀ ਇੰਟਰਵੈਂਸ਼ਨ ਹੋ ਗਈ ਹੈ। ਫਿਲਹਾਲ ਰੋਕ ਲੱਗ ਗਈ ਹੈ। ਫਿਲਹਾਲ ਵਿਜੀਲੈਂਸ ਦੇ ਹੱਥ ਬੰਨ੍ਹਤੇ ਗਏ ਆ ਘੱਟੋ ਘੱਟ 4 ਹਫ਼ਤਿਆਂ ਲਈ। ਇਹਦੇ ਵਿੱਚ ਸਰਕਾਰ ਦਾ ਪੱਖ ਕਿਵੇਂ ਪੇਸ਼ ਹੁੰਦਾ, ਸਰਕਾਰ ਸੁਪਰੀਮ ਕੋਰਟ ਦੇ ਵਿੱਚ ਅਗਲੀ ਵਾਰੀ ਕਿਵੇਂ ਪੇਸ਼ ਹੁੰਦੀ ਆ, ਇਹ ਦੇਖਣਾ ਬਹੁਤ ਜ਼ਰੂਰੀ ਹੋਊਗਾ। ਇਹ ਵੀ ਦੇਖਣਾ ਅਹਿਮ ਹੁੰਦਾ ਕਿ ਇਹੋ ਜਿਹੇ ਅਹਿਮ ਮਾਮਲਿਆਂ ਦੇ ਵਿੱਚ ਸਰਕਾਰ ਦੇ ਵਕੀਲ ਕਿਵੇਂ ਪੇਸ਼ ਹੁੰਦੇ ਆ, AG ਦਫ਼ਤਰ ਕਿਵੇਂ ਵਰਕ ਕਰ ਰਿਹਾ, ਕਿ ਸਹੀ ਸਮੇਂ ਤੇ ਤੱਥ ਪੇਸ਼ ਨਹੀਂ ਕੀਤੇ ਜਾ ਸਕੇ, ਪ੍ਰਸਤੁਤ ਨਹੀਂ ਕੀਤੇ ਜਾ ਸਕੇ। ਇਹ ਰੋਕਾਂ ਇਹਨਾਂ ਕੇਸਾਂ ਦੇ ਵਿੱਚ, ਇਹਨਾਂ ਦੇ ਰਿਦਮ ਦੇ ਵਿੱਚ ਇੱਕ ਬ੍ਰੇਕ ਤਾਂ ਲਾਉਂਦੀਆਂ ਹੀ ਨੇ, ਔਰ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਜਾਂਚ ਅਫਸਰ ਫਿਰ ਸੁਸਤ ਹੋ ਜਾਂਦੇ ਨੇ। ਆਪਾਂ ਅੱਗੇ ਵਧਾਂਗੇ ਔਰ ਨਜ਼ਰ ਰੱਖਾਂਗੇ ਕਿ ਇਹਦੇ ਵਿੱਚ ਹੋਰ ਕੀ ਜੱਜਮੈਂਟ ਦੇ ਵਿੱਚ ਕੀ ਲਿਖਿਆ ਗਿਆ, ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਸਾਂਝ ਪਵਾਈਏ। ਤੀਜਾ ਮਾਮਲਾ ਵੀ ਇਸੇ ਤਰ੍ਹਾਂ ਦਾ ਜਿਹੜਾ ਹਾਈ ਪ੍ਰੋਫਾਈਲ ਸੀ ਲੇਕਿਨ ਬਾਅਦ ਦੇ ਵਿੱਚ ਠੰਡੇ ਬਸਤੇ 'ਚ ਚਲੇ ਗਿਆ, ਮਾਮਲਾ ਅੰਮ੍ਰਿਤਸਰ ਦੇ ਨੇੜੇ ਭਗਤੂਪੁਰ ਪਿੰਡ ਦੀ ਜ਼ਮੀਨ ਦਾ ਹੈ। ਸੋ ਭਾਸਕਰ ਸਾਹਿਬ, ਇਹ ਜਾਂਚ ਹੋਈ, ਇਹਦੇ ਵਿੱਚ ਨਿੱਜੀ ਦਿਲਚਸਪੀ ਲਈ ਪੰਚਾਇਤ ਮੰਤਰੀ ਨੇ ਬਾਅਦ ਦੇ ਵਿੱਚ ਉਹ ਮੁੱਖ ਮੰਤਰੀ ਦੀ ਕੋਰਟ 'ਚ ਬਾਲ ਸੁੱਟ ਕੇ ਸੁਰਖਰੂ ਹੋ ਗਏ। ਪਤਾ ਲੱਗਿਆ ਫਾਈਲ ਮੋੜ ਆਈ ਆ। ਕੱਲ ਤੋਰੋ ਜੀ। ਬਿਲਕੁਲ, ਭਗਤੂਪੁਰਾ ਦਾ ਉਹ ਕੇਸ ਜਿਹਦੇ ਵਿੱਚ 42 ਕਨਾਲ 16 ਮਰਲਾ ਜ਼ਮੀਨ ਸੀਗੀ। ਬਿਲਕੁਲ ਠੀਕ ਕਹਿ ਰਹੇ ਹੋ ਕਿ ਰਸਤੇ ਜਿਹੜੇ ਨਿਕਲਦੇ ਸੀਗੇ ਪੰਚਾਇਤ ਦੀ ਜ਼ਮੀਨ ਸੀਗੀ। ਇਹ ਬਿਲਕੁਲ ਥਰੋ ਅਵੇ ਪ੍ਰਾਈਸ ਦੇ ਉੱਤੇ ਅਲਫਾ ਇੰਟਰਨੈਸ਼ਨਲ ਸਿਟੀ ਨੂੰ ਦੇ ਦਿੱਤੀ ਗਈ ਸੀ। ਇਹਦੇ ਉੱਤੇ ਮਈ ਦੇ ਮਹੀਨੇ ਦੇ ਵਿੱਚ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਪ੍ਰੈਸ ਕਾਨਫਰੰਸ ਕਰਦੇ ਨੇ। ਉਹ ਕਹਿੰਦੇ ਨੇ ਸਰਕਾਰ ਜਿਹੜੀ 16 ਮਾਰਚ ਨੂੰ ਬਣੀ ਸੀਗੀ, ਉਸ ਤੋਂ ਪਹਿਲੇ 11 ਮਾਰਚ ਨੂੰ ਮਤਲਬ ਜਿਸ ਦਿਨ 11 ਮਾਰਚ ਦੀ ਗੱਲ ਹੈਗੀ ਹੈ, ਜਦ ਪੂਰਵ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਹੋਣਾ ਉਸ ਫਾਈਲ ਦੇ ਉੱਤੇ ਸਾਈਨ ਕਰਦੇ ਨੇ ਤੇ ਫਿਰ ਫਾਈਲ ਨੂੰ ਲੱਗ ਜਾਂਦੇ ਨੇ ਪਈਏ, ਔਰ ਕੁਝ ਦਿਨਾਂ ਦੇ ਅੰਦਰ ਅੰਦਰ ਹੀ
ਉਹਦੀ ਰਜਿਸਟਰੀ ਵੀ ਹੁੰਦੀ ਹੈ, ਇੰਤਕਾਲ ਵੀ ਹੁੰਦੀ ਹੈ, ਸ਼ੱਕ ਤੇ ਹੁੰਦਾ ਸੀਗਾ। ਔਰ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੇ ਬੜੇ ਵੱਡੇ ਇਲਜ਼ਾਮ ਵੀ ਲਾਏ ਸੀ। ਇਹਦੇ ਉੱਤੇ 3 ਮੈਂਬਰੀ ਕਮੇਟੀ ਵੀ ਬਣਾਈ ਸੀ, ਔਰ ਉਸ ਕਮੇਟੀ ਨੇ ਇੱਕ ਰਿਪੋਰਟ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੂੰ ਦਿੱਤੀ ਸੀ, ਔਰ ਉਸ ਰਿਪੋਰਟ ਨੂੰ ਮੁੱਖ ਮੰਤਰੀ ਦੀ ਸੌਂਪਦੇ ਹੋਏ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਦੀ ਫੋਟੋ ਵੀ ਆਈ ਸੀ। ਔਰ ਮੁੱਖ ਮੰਤਰੀ ਹੁਣ ਇਹਦੇ ਉੱਤੇ ਐਕਸ਼ਨ ਲੈਣਗੇ, ਇਹ ਕਿਹਾ ਸੀ ਉਹਨਾਂ ਨੇ। ਪਰ ਤਦ ਤੋਂ ਲੈ ਕੇ ਅੱਜ ਤੱਕ ਫਾਈਲ ਦਾ ਬਹੁਤਾ ਜ਼ਿਕਰ ਨਹੀਂ ਹੋਇਆ। ਔਰ ਪਹਿਲੇ ਤੇ ਇੱਕ ਚਰਚਾ ਇਹ ਵੀ ਚੱਲੀ ਸੀ ਕਿ ਵੀ ਕਲੀਨ ਚਿੱਟ ਦਿੱਤੀ, ਕਿਉਂਕਿ ਉਸ ਇਨਕੁਆਇਰੀ ਦੇ ਵਿੱਚ ਪੂਰਵ ਮੰਤਰੀ, 2 IAS ਆਫੀਸਰ ਔਰ ਹੋਰ ਕਈ ਅਫਸਰਾਂ ਦਾ ਨਾਂ ਸੀਗਾ। ਬਾਅਦ ਚੋਂ ਇੱਕ ਹਲਕੀ ਜੀ ਖਬਰ ਨਿਕਲ ਕੇ ਆਈ ਕਿ ਇਹ ਰਿਪੋਰਟ ਦੇ ਉੱਤੇ ਮੁੱਖ ਮੰਤਰੀ ਨੇ ਕਲੀਨ ਚਿੱਟ ਦਿੱਤੀ ਹੈ। ਪਰ ਇਹ ਜਿਹੜੀ ਕੱਲ ਖਬਰ ਨਿਕਲ ਕੇ ਆਈ ਹੈ, ਇਹ ਜ਼ਰੂਰ ਹੈ ਕਿ ਵੀ ਹੁਣ AG ਸਾਹਿਬ ਨੂੰ ਭੇਜ ਦਿੱਤੀ ਗਈ ਹੈ। ਔਰ AG ਸਾਹਿਬ ਤੋਂ ਪੁੱਛਿਆ ਕਿ ਸਰਕਾਰ ਜਾਣ ਤੋਂ ਬਾਅਦ ਮਾਡਲ ਕੰਡਕਟ ਲੱਗਿਆ ਹੋਏ ਤੇ ਕੀ ਪੂਰਵ ਮੰਤਰੀ 11 ਮਾਰਚ ਨੂੰ ਇਸ ਫਾਈਲ ਦੇ ਉੱਤੇ ਸਾਈਨ ਕਰ ਸਕਦੇ ਸੀ। ਮੈਨੂੰ ਇਹ ਲੱਗਦਾ ਹੈ ਕਿ ਇਸ ਮੁੱਦੇ ਦੇ ਉੱਤੇ AG ਸਾਹਿਬ ਦਾ ਇੰਨੀ ਦੇਰੀ ਨਾਲ ਜਵਾਬ ਦੇਣਾ ਜਾਂ ਜਵਾਬ ਨਾ ਦੇਣਾ, ਉਹ ਫਾਈਲ ਨੂੰ ਲਟਕਾਉਣ ਵਾਲੀ ਗੱਲ ਹੁੰਦੀ ਹੈ। ਔਰ ਇਹ ਵੀ ਕੇਸ ਹੁਣ ਖੂਹ ਖਾਤੇ 'ਚ ਪਿਆ ਗਿਆ, ਕਿਉਂਕਿ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਪੱਤਰਕਾਰਾਂ ਨੇ ਪੁੱਛ ਲਿਆ ਵੀ ਕੀ ਬਣਿਆ ਭਗਤੂਪੁਰਾ ਦੀ ਜ਼ਮੀਨ ਦਾ। ਉਹ ਕਹਿੰਦੇ ਮੁੱਖ ਮੰਤਰੀ ਨੂੰ ਪੁੱਛੋ, ਮੈਂ ਤੇ ਮੁੱਖ ਮੰਤਰੀ ਨੂੰ ਰਿਪੋਰਟ ਦਿੱਤੀ ਸੀ। ਯਾਨੀ ਇੰਨੇ ਕੁ ਇਰੀਟੇਟ ਹੋ ਗਏ ਕਿ ਉਹਨਾਂ ਨੂੰ ਵੀ ਇਸ ਗੱਲ ਦੀ ਵਾਸਤੇ ਤਕਲੀਫ ਸੀਗੀ ਕਿ ਰਿਪੋਰਟ ਜਦ ਮੁੱਖ ਮੰਤਰੀ ਨੂੰ ਪੇਸ਼ ਕਰਤੀ ਔਰ ਮੁੱਖ ਮੰਤਰੀ ਨੇ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਲਿੱਤਾ, ਔਰ ਐਕਸ਼ਨ ਜਿਹੜਾ ਲਿੱਤਾ ਹੁਣ ਸਾਹਮਣੇ ਆ ਰਿਹਾ ਕਿ AG ਸਾਹਿਬ ਨੂੰ ਭੇਜਦੀ। AG ਸਾਹਿਬ ਤੋਂ ਪੁੱਛਿਆ ਕਿ ਪੂਰਵ ਮੰਤਰੀ ਸਰਕਾਰ ਜਾਣ ਤੋਂ ਬਾਅਦ ਕੀ ਉਸ ਫਾਈਲ ਦੇ ਉੱਤੇ ਸਾਈਨ ਕਰ ਸਕਦੇ ਸੀ। ਇਹ ਕਿੰਨਾ ਕੁ ਔਖਾ ਸਵਾਲ ਹੈਗਾ ਜਿਹੜਾ AG ਸਾਹਿਬ ਨੂੰ ਵੀ ਉਹਦੇ ਉੱਤੇ ਜਵਾਬ ਦੇਣ ਵਾਸਤੇ ਇੰਨਾ ਟਾਈਮ ਲੱਗ ਰਿਹਾ। ਜਦ ਐਦਾਂ ਦੀ ਗੱਲਾਂ ਹੁੰਦੀ ਹੈ ਤੇ ਇਹ ਸਮਝੋ ਕਿ ਇਹ ਕੇਸ ਵੀ ਗਿਆ ਖੂਹ ਖਾਤੇ। ਖੂਹ ਖਾਤੇ ਦੀ ਗੱਲ ਉਦੋਂ ਹੀ ਤੁਰ ਪੈਂਦੀ ਹੈ ਜਦੋਂ ਉਹਦੇ ਨਾਲ ਜੁੜੇ ਬੰਦੇ ਵੱਡੇ ਘੇਰਿਆਂ 'ਚ ਵੱਡੇ ਹੋ ਜਾਂਦੇ ਆ। ਇੱਕ IAS ਅਫਸਰ ਜਿਹਦਾ ਨਾਂ ਵਿੱਚ ਬੋਲਦਾ ਰਿਹਾ, ਫਿਰ ਉਹ ਸੱਤਾ ਦੇ ਗਲਿਆਰਿਆਂ 'ਚ ਅਹਿਮ ਹੋ ਗਿਆ। ਸੱਤਾ ਦੇ ਗਲਿਆਰਿਆਂ ਦੇ ਵਿੱਚ ਫੈਸਲਾ ਕੁੰਨ ਲੋਕਾਂ ਦੇ ਨੇੜੇ ਹੋ ਗਿਆ। ਫਿਰ ਪਤਾ ਲੱਗਿਆ ਕਿ ਉਹਨੂੰ ਠੰਡ ਢੰਡੋਲੇ 'ਚ ਰੱਖ ਲਿਆ ਗਿਆ, ਇਸ ਕੇਸ ਨੂੰ ਵਾਪਸ ਮੋੜਤਾ ਗਿਆ। ਫਿਰ ਉਹ IAS ਅਫਸਰ ਸੱਤਾ ਦੇ ਵੱਡੇ ਘੇਰਿਆਂ 'ਚੋਂ ਬਾਹਰ ਹੋ ਜਾਂਦਾ। ਇਹ ਵੀ ਇੱਕ ਵਰਤਾਰਾ ਇਹਨਾਂ ਦਿਨਾਂ ਦਾ ਕਿ ਕਿੰਨੇ ਦਿਨ ਕਿੰਨੇ ਸੱਤਾ ਦੇ ਵੱਡੇ ਘਰ ਦੇ ਲਾਗੇ ਚਾਗੇ ਰਹਿਣਾ ਕੋਈ ਪਤਾ ਨਹੀਂ, ਤੇ ਵੱਡਾ ਘਰ ਹੈ ਕਿਹੜਾ ਇਹ ਵੀ ਕੋਈ ਨਿਸ਼ਾਨਦੇਹੀ ਨਹੀਂ ਕਰ ਪਾ ਰਿਹਾ। ਸੋ ਹੁਣ ਜਦੋਂ ਉਹ ਅਫਸਰ ਉਸ ਘੇਰੇ 'ਚੋਂ ਬਾਹਰ ਨੇ, ਕਿਤੇ ਫਾਈਲ ਘੁੰਮ ਕੇ ਫਿਰ ਕਿਤੇ ਚਰਚਾ 'ਚ ਤਾਂ ਨਹੀਂ ਆ ਜਾਊਗੀ, ਇੱਕ ਵਾਰੀ ਫਿਰ ਜਾਂਚ ਥੋੜੀ ਜਿਹੀ ਵੱਡੀ ਤਾਂ ਨਹੀਂ ਹੋ ਜਾਊਗੀ। ਇਹ ਸਵਾਲ ਬਹੁਤ ਅਹਿਮ ਆ। ਪਰ ਜਿਹੜੇ ਉਹ ਕੋਲੋਨਾਈਜ਼ਰ ਹੈ ਉਹਨਾਂ ਦਾ ਇਹ ਕਹਿਣਾ, ਇਹ ਤਰਕ ਦੇਣਾ, ਇਹ ਬੜਾ ਜਾਇਜ਼ ਆ ਕਿ ਸਾਰੇ ਪੰਜਾਬ ਦੇ ਵਿੱਚ ਐਸੀਆਂ ਸਾਰੀਆਂ ਕਲੋਨੀਆਂ 'ਚ ਜਿਹੜੀ ਐਸੀ ਜ਼ਮੀਨ ਆ ਉਹਦਾ ਚੈੱਕ ਤਾਂ ਹੋਣਾ ਚਾਹੀਦਾ। ਜੇ ਅਸੀਂ ਪੈਸੇ ਭਾਰੀ ਦਿੱਤੇ ਆ ਔਰ ਤੁਸੀਂ ਰੇਟ ਦੀ ਗੱਲ ਕਰ ਰਹੇ ਹੋ, ਜੇ ਅਸੀਂ ਉਹਨਾਂ ਲੋਕਾਂ 'ਚ ਸ਼ਾਮਲ ਹੋਏ ਜਿਨ੍ਹਾਂ ਨੇ ਇਹਦੀ ਕੀਮਤ ਦਿੱਤੀ ਆ ਤੇ ਅਸੀਂ ਹੀ ਸਭ ਤੋਂ ਵੱਧ ਚਰਚਾ 'ਚ ਕਿਉਂ ਆ? ਬਾਕੀ ਪੰਜਾਬ ਦੀਆਂ ਅਹਿਮ ਕਲੋਨੀਆਂ ਉਹਨਾਂ ਨੂੰ ਵੀ ਚੈੱਕ ਕਰਾਇਆ ਜਾਵੇ। ਇਹ ਸਵਾਲ ਤੇ ਬਣਦਾ ਤੇ ਸਵਾਲ ਅੱਗੇ ਤੁਰਨਾ ਵੀ ਚਾਹੀਦਾ, ਪਰ ਕਿੱਥੇ ਕੌਣ ਕਰਾਊਗਾ ਇਹ ਵੇਖਣ ਵਾਲੀ ਗੱਲ ਆ। ਆਪਾਂ ਹੁਣ ਜਾਣਾ ਤਾਂ ਤੁਹਾਡੇ ਜਲੰਧਰ, ਪਰ ਮੈਨੂੰ ਲੱਗਦਾ ਕਿ ਆਪਾਂ ਲਾਰੈਂਸ ਬਿਸ਼ਨੋਈ ਵਾਲਾ ਇੱਕ ਹਲਕਾ ਜਿਹਾ ਮਾਮਲਾ ਟੱਚ ਕਰ ਦਈਏ। ਇਹ ਹਾਈ ਕੋਰਟ 'ਚ ਵੀ ਆਇਆ ਸੀ ਪਿੱਛੇ, ਔਰ ਗਵਰਨਮੈਂਟ ਨੇ ਉੱਥੇ ਇੱਕ ਜਾਂਚ ਪੈਨਲ ਬਣਾਉਣ ਦੀ ਗੱਲ ਵੀ ਕੀਤੀ ਸੀ ਕਿ ਉਹਨੇ ਰਿਪੋਰਟ ਦੇਣੀ ਹੈ। ਫਿਰ ਇੱਕ ਜਾਂਚ ਪੈਨਲ ਦੇ ਵਿੱਚ ਤਬਦੀਲੀ ਕੀਤੀ ਜਾਂਦੀ ਹੈ। ਹੁਣ ਇੱਕ ਨਵਾਂ ਪੈਨਲ ਬਣਾਇਆ ਜਾਂਦਾ, ਜਾਂਚ ਕਮੇਟੀ ਬਣਾਈ ਜਾਂਦੀ ਹੈ। ਭਾਸਕਰ ਸਾਹਿਬ, ਇਹਦੇ ਨਾਲ ਸਾਂਝ ਪਵਾ ਦਿਓ। ਜੀ ਬਿਲਕੁਲ। ਹੁਣ ਲਾਰੈਂਸ ਬਿਸ਼ਨੋਈ ਦੇ ਉਸ ਬੈਕ ਟੂ ਬੈਕ ਇੰਟਰਵਿਊ ਦੇ ਉੱਤੇ ਰੋਲਾ ਹਜੇ ਵੀ ਪੈ ਰਿਹਾ। ਭਾਵੇਂ ਅੰਮ੍ਰਿਤਪਾਲ ਦੇ ਐਪੀਸੋਡ ਆਉਣ ਤੋਂ ਬਾਅਦ ਇਹ ਰੋਲਾ ਥੋੜਾ ਜਿਹਾ ਘੱਟ ਜ਼ਰੂਰ ਹੋਇਆ ਸੀ, ਪਰ ਇਸ ਮੁੱਦੇ ਦੇ ਉੱਤੇ ਸਰਕਾਰ ਨੇ, ਖਾਸ ਕਰਕੇ VK ਜੰਜੂਆ ਉਹਨਾਂ ਨੇ ਮਾਰਚ 29 ਨੂੰ ਇੱਕ ਆਰਡਰ ਕੱਢਿਆ। ਉਸ ਆਰਡਰ ਦੇ ਹਿਸਾਬ ਨਾਲ ਪਹਿਲੇ ਜਿਹੜੇ ADGP ਜੇਲ੍ਹ B ਚੰਦਰਸ਼ੇਖਰ ਤੇ ਹੋਮ ਸੈਕਟਰੀ ਅਨੁਰਾਗ ਵਰਮਾ ਉਸ ਪੈਨਲ ਨੂੰ ਹੈਡ ਕਰ ਰਹੇ ਸੀ, ਜਿਹਦਾ ਜ਼ਿਕਰ ਹਾਈ ਕੋਰਟ ਦੇ ਵਿੱਚ ਦਿੱਤੀ ਹੋਈ ਰਿਪੋਰਟ ਦੇ ਉੱਤੇ ਕੀਤਾ ਗਿਆ ਸੀਗਾ ਕਿ ਜੀ ਇਹ ਪੈਨਲ ਬਣ ਗਿਆ, ਪ੍ਰੋਬ ਹੋ ਰਹੀ ਹੈ ਤੇ ਬੜੀ ਛੇਤੀ ਤੁਹਾਨੂੰ ਅਸੀਂ ਦੱਸਾਂਗੇ ਵੀ ਇਹਦੇ ਵਿੱਚ ਕੀ ਕੱਢਣ ਪਾਣ ਨੂੰ ਹੈਗਾ ਔਰ ਇਹ ਇੰਟਰਵਿਊ ਕਿੱਥੇ ਹੋਏ। ਉਹਦੇ ਉੱਤੇ ਜਿਸ ਤਰ੍ਹਾਂ ਮਾਰਚ 29 ਦੇ ਆਰਡਰ ਹੈਗੇ ਨੇ, ਉਹਦੇ ਵਿੱਚ ਇਹ ਪੈਨਲ ਥੋੜਾ ਜਿਹਾ ਚੇਂਜ ਕਰ ਦਿੱਤਾ ਗਿਆ। ਹੁਣ ਸਪੈਸ਼ਲ DGP ਕੁਲਦੀਪ ਸਿੰਘ ਤੇ ਫਿਰ B ਚੰਦਰਸ਼ੇਖਰ ADGP ਜੇਲ੍ਹ ਆਪਣੀ 15 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਦੇਣਗੇ। ਹੁਣ ਇਹ ਮਾਰਚ 29 ਦਾ ਆਰਡਰ ਹੈ ਔਰ 29 ਤੋਂ ਹੁਣ ਤਕਰੀਬਨ 8-10 ਦਿਨ ਤੇ ਹੋ ਹੀ ਗਏ ਨੇ, ਯਾਨੀ ਹਫ਼ਤੇ ਦੇ ਅੰਦਰ ਅੰਦਰ ਰਿਪੋਰਟ ਆਏਗੀ। ਇਹਦਾ ਜ਼ਿਕਰ ਜ਼ਰੂਰ ਕੀਤਾ ਗਿਆ, ਪਰ ਇਹ ਜਿਸ ਤਰੀਕੇ ਨਾਲ ਇਹ ਕੇਸ ਅੱਗੇ ਵਧ ਰਿਹਾ ਹੈ ਔਰ DGP ਸਾਹਿਬ ਨੇ ਇਸ ਮੁੱਦੇ ਦੇ ਉੱਤੇ ਚੁੱਪੀ ਧਾਰ ਲਈ ਹੈ, ਉਹ ਵੀ ਤਦ ਜਦ ਪਹਿਲੇ ਇੰਟਰਵਿਊ ਤੋਂ ਬਾਅਦ ਬਹੁਤ ਸਾਰੀ ਗੱਲਾਂ ਉਹਨਾਂ ਨੇ ਕੀਤੀ ਸੀ ਕਿ ਵੀ ਉਹ ਪੀਲੀ ਟੀ-ਸ਼ਰਟ ਨਹੀਂ ਹੈਗੀ, ਵਾਲ ਵੱਡੇ ਨੇ, ਔਰ ਗੋਬਿੰਦਵਾਲ ਜੇਲ੍ਹ ਦੀ ਇਨਸੀਡੈਂਟ ਦਾ ਜ਼ਿਕਰ ਨਹੀਂ ਕੀਤਾ। 2 ਦਿਨ ਬਾਅਦ ਹੀ ਅਗਲੇ ਨੇ ਦੂਜਾ ਇੰਟਰਵਿਊ ਪਾਤਾ ਔਰ ਉਹਨਾਂ
ਸਾਰੇ तमाम ਆਬਜੈਕਸ਼ਨਸ ਨੂੰ ਰੂਲ ਆਊਟ ਕਰਤਾ ਕਿ ਹੁਣ ਦੇਖੋ, ਹੁਣ ਮੈਂ ਉਦਾਂ ਦਾ ਲੱਗਦਾ ਜਿੱਦਾਂ ਦਾ ਹੈਗਾ ਕਿ ਨਹੀਂ। ਮਾਰਚ 8 ਨੂੰ ਜਦ ਮੈਂ ਤੁਹਾਡੀ ਜੇਲ੍ਹ ਵਿੱਚ ਆਇਆ ਸੀ, ਇਹੀ ਸੀ ਨਾ ਮੇਰੀ ਟੀ-ਸ਼ਰਟ, ਤੇ ਐਦਾਂ ਹੀ ਮੈਂ ਲੱਗਦਾ ਸੀਗਾ। ਪਰ ਇਸ ਮੁੱਦੇ ਦੇ ਉੱਤੇ ਸਰਕਾਰ ਨੇ ਹਜੇ ਤੱਕ ਚੁੱਪੀ ਧਾਰੀ ਹੋਈ ਸੀ। ਹੁਣ ਹਫ਼ਤੇ ਦੇ ਅੰਦਰ ਅੰਦਰ ਇਸ ਰਿਪੋਰਟ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਹੈ, ਇਹ ਵੀ ਬੜੀ ਇੱਕ ਦੇਖਣ ਵਾਲੀ ਗੱਲ ਹੋਈ। ਸਪੈਸ਼ਲ ਡੀਜੀਪੀ ਕੁਲਦੀਪ ਸਿੰਘ ਜਿਹੜੇ ਕਿ ਬਹੁਤੇ ਚਰਚਾ 'ਚ ਨਹੀਂ ਰਹਿੰਦੇ, ਪਰ ਉਹਨਾਂ ਬਾਰੇ ਇਹ ਤੱਥ ਅੰਦਰੋਂ ਸਾਹਮਣੇ ਆਉਂਦੇ ਨੇ ਕਿ ਉਹ ਬੜੇ ਪ੍ਰੋਫੈਸ਼ਨਲ ਬੰਦੇ ਨੇ, ਪੁਲਿਸ ਅਫਸਰ ਨੇ, ਔਰ ਕਾਫੀ ਮਿਹਨਤ ਨਾਲ ਹਰ ਕੰਮ ਕਰਦੇ ਆ ਜਿਹੜਾ ਉਹਨਾਂ ਦੇ ਜ਼ਿੰਮੇ ਲਾਇਆ ਜਾਂਦਾ, ਔਰ ਬੜੀਆਂ ਜ਼ਿੰਮੇਵਾਰੀਆਂ ਪਾਸਟ ਵਿੱਚ ਉਹਨਾਂ ਨੇ ਨਿਭਾਈਆਂ ਨੇ। ਹੁਣ ਦੇਖਣਾ ਇਹ ਬਣਦਾ ਵੀ ਉਹ ਇਹਦੇ ਵਿੱਚੋਂ ਕੱਢ ਕੇ ਕੀ ਲਿਆਉਂਦੇ। ਅਗਲੀ ਗੱਲ ਆਪਾਂ ਜ਼ਰੂਰ ਕਰਦੇ ਹਾਂ, ਮਾਮਲਾ ਤਾਂ ਵੈਸੇ ਅੱਜ ਇਹਨਾਂ ਦਮਦਮਾ ਸਾਹਿਬ ਬਠਿੰਡੇ ਏਰੀਏ ਨਾਲ ਜੁੜਿਆ। ਸਿੰਘ ਸਾਹਿਬ ਨੇ ਅੱਜ ਸਾਰੇ ਦੇ ਸਾਰੇ ਪੱਤਰਕਾਰ ਸੱਦੇ ਆ। ਵੇਖਣ ਵਾਲੀ ਗੱਲ ਇਹ ਹੈ ਕਿ ਜਥੇਦਾਰ ਸਾਹਿਬ ਉੱਥੇ ਕਿਸ ਤਰ੍ਹਾਂ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਦਿੰਦੇ ਆ, ਕਿਉਂਕਿ ਕਿਹਨੂੰ ਕਿਹਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ, ਇਹਦੇ ਵਿੱਚ ਕਿਹੜੇ ਕਿਹੜੇ ਵਿਅਕਤੀਆਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਆ, ਕਿਹਨਾਂ ਨੂੰ ਕੌਮ ਦੇ ਨੁਮਾਇੰਦੇ ਵਜੋਂ ਖਾਸ ਤੌਰ ਤੇ ਪੰਜਾਬੀ ਭਾਈਚਾਰੇ ਪੱਤਰਕਾਰ ਦੇ ਨਜ਼ਰੀਏ ਤੋਂ ਕੌਣ ਵਿਅਕਤੀ ਪ੍ਰਮੁੱਖਤਾ ਨਾਲ ਅੱਗੇ ਲਿਆਂਦੇ ਜਾਂਦੇ ਆ ਸਿੰਘ ਸਾਹਿਬ ਵੱਲੋਂ, ਇਹ ਉਹਨਾਂ ਦੀ ਪ੍ਰਾਥਮਿਕਤਾ ਤਰਜੀਹ ਵੀ ਲਗਭਗ ਦਿਸੂਗੀ। ਇੱਕ ਅਖਬਾਰ ਨੇ ਆਪਣੀ ਫਰੰਟ ਪੇਜ ਤੇ ਵੀ ਲਿਖਿਆ ਕਿ ਜਥੇਦਾਰ ਜਿਹੜੇ ਨੇ ਉਹ ਪੱਖਪਾਤ ਕਰ ਰਹੇ ਨੇ, ਪਹਿਲਾਂ ਉਹ ਸਪਸ਼ਟ ਹੋਣ। ਰੋਜ਼ਾਨਾ ਸਪੋਕਸਮੈਨ ਦੇ ਵਿੱਚ ਸੁਖਵਿੰਦਰ ਸਿੰਘ ਬਹੋੜੂ ਦੀ ਇਹ ਰਿਪੋਰਟ ਹੈ ਕਿ ਸਾਡੇ ਨਾਲ ਸਾਰਿਆਂ ਨਾਲ ਹੀ ਸਪੋਕਸਮੈਨ ਦੇ ਪੱਤਰਕਾਰਾਂ ਨਾਲ ਪੱਖਪਾਤ ਕੀਤਾ ਗਿਆ। ਅਸੀਂ ਲਗਾਤਾਰ ਪੰਥਕ ਮੁੱਦਿਆਂ ਤੇ ਗੱਲ ਕਰਦੇ ਹਾਂ। ਹਾਂ, ਇੱਥੇ ਇੱਕ ਗੱਲ ਹੋ ਸਕਦੀ ਹੈ ਕਿ ਸਰਦਾਰ ਜੋਗਿੰਦਰ ਸਿੰਘ ਜਿਹੜੇ ਇਹਦੇ ਸੰਚਾਲਕ ਸੀਗੇ, ਉਹਨਾਂ ਨਾਲ ਅਕਾਲ ਤਖਤ ਸਾਹਿਬ ਦੇ ਮਾਮਲੇ 'ਚ ਕੁਝ ਪੁਰਾਣੀਆਂ ਚੀਜ਼ਾਂ ਹੋ ਸਕਦੀਆਂ, ਪਰ ਹੁਣ ਉਹਨਾਂ ਦੀ ਪੁੱਤਰੀ ਨਿਮਰਤ ਕੌਰ ਇਹਨੂੰ ਚਲਾ ਰਹੀ ਹੈ, ਵੈਬ ਚੈਨਲ ਚਲਾ ਰਹੀ ਹੈ। ਜੇ ਉਹਨਾਂ ਨੂੰ ਦਰਕਨਾਰ ਕੀਤਾ ਗਿਆ ਤੇ ਸਿੰਘ ਸਾਹਿਬ ਦੀ ਇਸ ਅਪਰੋਚ ਨੂੰ ਵੀ ਕਿਵੇਂ ਲਓਗੇ, ਸਵਾਲਾਂ ਦੇ ਘੇਰੇ 'ਚ ਹੈ। ਔਰ ਇਹ ਵੇਖਣ ਵਾਲੀ ਗੱਲ ਹੈ ਕਿ ਹੁਣ ਸਿੰਘ ਸਾਹਿਬ ਜਦੋਂ ਕਿ ਉਹਨਾਂ ਨੂੰ ਹਵਾਰਾ ਕਮੇਟੀ ਵੱਲੋਂ, ਹਮਾਰਾ ਪੈਨਲ ਵੱਲੋਂ ਇਹ ਕਿਹਾ ਗਿਆ ਕਿ ਇੱਕ ਕਾਰਜਕਾਰੀ ਜਥੇਦਾਰ ਕੌਮ ਦੇ ਫੈਸਲੇ ਕਿਵੇਂ ਲੈ ਸਕਦੇ ਆ, ਇਸ ਸਵਾਲ ਦਾ ਜਵਾਬ ਆਉਂਦਾ ਕਿ ਨਹੀਂ ਆਉਂਦਾ। ਇਹ ਸਵਾਲ ਤਾਂ ਚੱਲਦੇ ਰਹਿਣਗੇ, ਪਰ ਨਹੀਂ ਜਲਾ ਕੇ ਦੇਖਣ ਵਾਲੀ ਗੱਲ ਹੈ ਕਿ ਉੱਥੇ ਹੁੰਦਾ ਕੀ ਹੈ ਜਦੋਂ ਸਰਕਾਰ ਤੇ ਪੁਲਿਸ ਦੀ ਨਜ਼ਰ ਵੀ ਉੱਥੇ ਲੱਗੀ ਹੋਈ ਹੈ। ਭਾਸਕਰ ਸਾਹਿਬ, ਤੁਹਾਡੇ ਵੱਲ ਮੈਂ ਖਬਰ ਲੈ ਕੇ ਆ ਰਿਹਾ, ਜਿਹੜੀ ਜਲੰਧਰ ਦੀ ਚੋਣ ਹੈ ਕਾਫੀ ਰੌਚਕ ਹੋ ਗਈ ਹੈ। ਜਲੰਧਰ ਦੀ ਚੋਣ ਇਸ ਵੇਲੇ ਮੈਨੂੰ ਲੱਗਦਾ ਕਿ ਜਦੋਂ ਸਿੱਧੂ ਦੇ ਬਾਹਰ ਆਉਣ ਤੋਂ ਬਾਅਦ, ਸਿੱਧੂ ਦੇ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਨੂੰ ਮਿਲਣ ਤੋਂ ਬਾਅਦ, ਚੰਨੀ ਦੇ ਬੀਜੇਪੀ 'ਚ ਜਾਣ ਦੇ ਚਰਚਿਆਂ ਦੇ ਦਰਮਿਆਨ, ਇਹ ਸਾਰੇ ਗੱਲਾਂ ਨੂੰ ਦੇਖੀਏ ਜਿੱਥੇ ਕ੍ਰਿਸਚੀਅਨਸ ਵੀ ਖੜੇ, ਕਹਿੰਦੇ ਜਿਹੜੇ ਲੋਕ ਕਨਵਰਟ ਹੋਏ ਨੇ, ਜਿਨ੍ਹਾਂ ਨੇ ਧਰਮ ਤਬਦੀਲ ਕੀਤਾ, ਕ੍ਰਿਸਚੀਅਨ ਬਣੇ ਨੇ, ਜਿਹੜੇ ਦਲਤਾਂ 'ਚੋਂ ਆਉਂਦੇ ਨੇ, ਉਹਨਾਂ ਲਈ ਵੀ ਰਾਖਵਾਂ ਕੋਟਾ ਹੋਵੇ। ਕਈ ਮਾਮਲੇ ਫਸ ਗਏ ਨੇ, ਸਰਕਾਰ ਲਈ ਕਾਫੀ ਔਖੀ ਘਾਟੀ ਹੋ ਗਈ, ਕਿਉਂਕਿ ਉਹਨਾਂ ਤੇ ਦੋਸ਼ ਲੱਗੀ ਜਾਂਦੇ ਕਿ ਤੁਹਾਡੇ ਕੋਲ ਤਾਂ ਕੈਂਡੀਡੇਟ ਹੀ ਨਹੀਂ ਸਰਿਆ। ਸੋ ਇਹ ਸਾਰੀ ਗੱਲ ਨੂੰ ਜ਼ਰਾ ਜ਼ੁਬਾਨ ਦਿਓ। ਜਲੰਧਰ ਦੀ ਜਿਮਨੀ ਚੋਣ ਵਾਕਈ ਬਹੁਤ ਇੰਟਰਸਟਿੰਗ ਹੁੰਦੀ ਜਾ ਰਹੀ ਹੈ। ਜਿੱਦਾਂ ਜਿੱਦਾਂ ਉਹ ਮਈ 10 ਜਿਸ ਦਿਨ ਪੋਲਿੰਗ ਹੋਣੀ ਹੈ, ਉਹ ਡੇਟ ਨਜ਼ਦੀਕ ਆ ਰਹੀ ਹੈ। ਉਸ ਤੋਂ ਪਹਿਲੇ ਅਪ੍ਰੈਲ 13 ਜਦੋਂ ਨੋਮੀਨੇਸ਼ਨ ਪੇਪਰ ਸ਼ੁਰੂ ਹੋਣਾ ਹੈ, ਤੇ 20 ਅਪ੍ਰੈਲ ਤੋਂ ਪਹਿਲੇ ਕੌਣ ਕਿਹਦਾ ਕੈਂਡੀਡੇਟ ਹੋਏਗਾ, ਇਹ ਗੱਲ ਸਾਫ਼ ਹੋ ਜਾਏਗੀ। ਜਿੱਥੇ ਤੱਕ ਕਾਂਗਰਸ ਦੀ ਗੱਲ ਹੈਗੀ ਹੈ, ਪਹਿਲੇ ਦਿਨ ਤੋਂ ਹੀ ਉਹਨਾਂ ਨੇ ਅਨਾਉਂਸ ਕਰਤਾ ਸੀਗਾ, ਕਾਫੀ ਪਹਿਲੇ ਕਰਮਜੀਤ ਕੌਰ ਉਹਨਾਂ ਨੇ ਆਪਣਾ ਕੈਂਡੀਡੇਟ ਬਣਾਤਾ ਸੀ। ਕਰਮਜੀਤ ਕੌਰ ਨੂੰ ਕੈਂਡੀਡੇਟ ਬਣਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੈਂਡੀਡੇਟ, ਬੀਜੇਪੀ ਦੇ ਕੈਂਡੀਡੇਟ ਤੇ ਫਿਰ ਅਕਾਲੀ ਦਲ ਦੇ ਕੈਂਡੀਡੇਟ ਦੇ ਉੱਤੇ ਇੱਕ ਸੰਸ਼ਾ ਬਣਿਆ ਹੋਇਆ ਸੀ। ਜਿੱਥੇ ਤੱਕ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਨੇ ਆਪਣਾ ਕੈਂਡੀਡੇਟ ਅਨਾਉਂਸ ਕਰਤਾ ਸੀਗਾ, ਔਰ ਕਾਂਗਰਸ ਦੇ ਵਾਸਤੇ ਹੁਣ ਸਭ ਤੋਂ ਵੱਡੀ ਚਿੰਤਾ ਬਣੀ ਹੋਈ ਹੈ ਕਿ ਆਪਣੇ ਬੰਦਿਆਂ ਨੂੰ ਰੋਕ ਕੇ ਕਿੱਦਾਂ ਰੱਖਣਾ ਹੈ। ਕੁਝ ਕਾਂਗਰਸ ਦੇ ਲੀਡਰਾਂ ਨੇ, ਖਾਸ ਕਰਕੇ ਰਾਣਾ ਗੁਰਜੀਤ ਸਿੰਘ ਉਹਨਾਂ ਨੇ ਤੇ ਇੱਥੇ ਤੱਕ ਕਹਿਤਾ ਹੈ ਕਿ ਅਸੀਂ ਹੁਣ ਪਹਿਰਾ ਦੇ ਕੇ ਰਵਾਂਗੇ, ਜਿਹੜੇ ਜਿਹੜੇ ਬੰਦੇ ਜਾ ਸਕਦੇ ਨੇ ਇੱਕ ਠੀਕਰੀ ਪਹਿਰੇ ਦੇ ਰਾਹੀਂ ਉਹਨਾਂ ਨੂੰ ਰੋਕਿਆ ਜਾਏਗਾ। ਔਰ ਇਸ ਸੋਚ ਦੇ ਨਾਲ ਔਰ ਇਸ ਗੱਲ ਦੇ ਨਾਲ ਕੱਲ ਰਾਜਾ ਵੜਿੰਗ ਹੋਣਾ ਤੇ ਹਰੀਸ਼ ਚੌਧਰੀ ਹੋਣਾ ਪਹੁੰਚ ਗਏ ਚਰਨਜੀਤ ਸਿੰਘ ਚੰਨੀ, ਪੂਰਵ ਮੰਤਰੀ ਉਹਨਾਂ ਦੇ ਘਰ, ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ, ਤੁਸੀਂ ਨਾ ਜਾਓ। ਔਰ ਇਹ ਜਾਣ ਦੀ ਗੱਲਾਂ ਵੀ ਕਿੱਥੋਂ ਆਈ, ਮੀਡੀਆ ਦੇ ਵਿੱਚ ਬਹੁਤ ਸਾਰੀ ਖਬਰਾਂ ਇਸ ਤਰ੍ਹਾਂ ਦੀ ਚੱਲ ਰਹੀ ਹੈ ਕਿ ਚਰਨਜੀਤ ਸਿੰਘ ਚੰਨੀ ਉਹਨਾਂ ਕਦੀ ਵੀ ਭਾਜਪਾ ਜੁਆਇਨ ਕਰ ਸਕਦੇ ਨੇ, ਔਰ ਭਾਜਪਾ ਜੁਆਇਨ ਕਰਨ ਤੋਂ ਬਾਅਦ ਉਹਨਾਂ ਨੂੰ ਜਲੰਧਰ ਤੋਂ ਬੀਜੇਪੀ ਦਾ ਕੈਂਡੀਡੇਟ ਵੀ ਬਣਾਇਆ ਜਾ ਸਕਦਾ ਹੈ। ਕੱਲ ਇਸ ਵਿਸ਼ੇ ਦੇ ਉੱਤੇ ਮੇਰੀ ਬੀਜੇਪੀ ਦੇ ਸੀਨੀਅਰ ਆਗੂਆਂ ਨਾਲ ਗੱਲ ਵੀ ਹੋਈ, ਔਰ ਉਹਨਾਂ ਨੇ ਵੀ ਇਸ ਗੱਲ ਨੂੰ ਰੂਲ ਆਊਟ ਨਹੀਂ ਕੀਤਾ, ਕਹਿੰਦੇ ਹਾਂ ਇਦਾਂ ਦੀ ਗੱਲਾਂ ਤੁਰਦੀ ਤੇ ਹੈਗੀ ਹੈ। ਔਰ ਹੁਣ ਰਾਜਾ ਵੜਿੰਗ ਉਹਨਾਂ, ਹਰੀਸ਼ ਚੌਧਰੀ ਉਹਨਾਂ, ਚੰਨੀ ਉਹਨਾਂ ਨੂੰ ਰੋਕ ਪਾਣਗੇ, ਪਤਾ ਨਹੀਂ ਹੁਣ ਰੁਕਦੇ ਆ ਕਿ ਨਹੀਂ ਰੁਕਦੇ, ਕਿਉਂਕਿ ਇਹ ਵੀ ਫੈਸਲਾ 1-2 ਦਿਨਾਂ ਦੇ ਵਿੱਚ ਹੀ ਹੋਣਾ ਹੈ। ਔਰ ਨਾਲ ਦੇ ਨਾਲ ਜਦ ਭਗਵੰਤ ਮਾਨ ਉਹਨਾਂ ਨੇ ਇਹ ਅਨਾਉਂਸਮੈਂਟ ਕਰਤੀ ਕਿ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਨੂੰ ਕੈਂਡੀਡੇਟ ਬਣਾਉਣ ਤੋਂ ਬਾਅਦ ਸਾਡੀ ਨਜ਼ਰ ਕਾਂਗਰਸ ਦੇ 1-2 ਹੋਰ ਵਿਧਾਇਕਾਂ ਦੇ ਉੱਤੇ ਵੀ ਹੈਗੀ ਆ, ਔਰ 1-2 ਹੋਰ ਵਿਧਾਇਕ ਵੀ ਆਉਣ ਵਾਲੇ ਟਾਈਮ ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਨੇ। ਇਸ ਗੱਲ ਦੀ ਚਿੰਤਾ ਵਧਾਤੀ ਕਾਂਗਰਸੀਆਂ ਦੀ। ਹੁਣ ਮੁਸ਼ਕਿਲ ਤੇ ਬਹੁਤ ਹੈ, ਜਾਣ ਵਾਲੇ ਨੂੰ ਰੋਕੀਏ ਕਿੱਦਾਂ। ਮਹਿੰਦਰ ਸਿੰਘ ਕੇਪੀ ਉਹਨਾਂ ਦੇ ਘਰ ਅੱਜ ਜਾ ਰਹੇ ਨੇ ਕਾਂਗਰਸ ਦੇ ਵੱਡੇ ਆਗੂ,
ਉਹਨਾਂ ਨੂੰ ਵੀ ਇੱਕੋ ਹੀ ਗੱਲ ਕਹਿਣਗੇ, ਤੁਸੀਂ ਨਾ ਜਾਓ। ਔਰ ਉਸ ਤੋਂ ਇਲਾਵਾ ਜਿਹੜੇ ਆਪਣੇ ਨਵਜੋਤ ਸਿੰਘ ਸਿੱਧੂ ਨੇ, ਜਿਨ੍ਹਾਂ ਦੀ ਕੱਲ ਮੀਟਿੰਗ ਹੋਈ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ, ਉਹਨਾਂ ਨੂੰ ਇੱਕ ਫੋਟੋ ਦੇ ਰਾਹੀਂ ਉਹਨਾਂ ਨੇ ਦੱਸਿਆ ਕਿ ਮੇਰੇ ਮੈਂਟਰਾਂ ਨਾਲ ਮੇਰੀ ਮੀਟਿੰਗ ਹੋ ਗਈ ਹੈ। ਹਾਲਾਂਕਿ ਉਹਨਾਂ ਨੂੰ ਕੀ ਰੋਲ ਮਿਲੇਗਾ ਜਾਂ ਕੀ ਰੋਲ ਮਿਲਿਆ ਇਹਦਾ ਜ਼ਿਕਰ ਤਾਂ ਨਹੀਂ ਕੀਤਾ। ਅਗਰ ਉਸ ਫੋਟੋ ਨੂੰ ਤੁਸੀਂ ਗੌਰ ਨਾਲ ਦੇਖੋ ਤੇ ਜਿਹੜੇ ਹੀ ਇੱਕ ਤਰੀਕੇ ਨਾਲ ਕਲਰ ਦਾ ਪਜਾਮਾ ਕੁੜਤਾ ਪਾਇਆ ਹੋਇਆ ਨਵਜੋਤ ਸਿੰਘ ਸਿੱਧੂ ਨੇ, ਸੇਮ ਉਹਨਾਂ ਦੀ ਭੈਣ ਕਹਿ ਲਓ, ਮੈਂਟਰ ਕਹਿ ਲਓ, ਪ੍ਰਿਯੰਕਾ ਗਾਂਧੀ ਨੇ ਵੀ ਸੇਮ ਤਰੀਕੇ ਦੇ ਕੱਪੜੇ ਪਾਏ ਹੋਏ ਨੇ। ਔਰ ਰਾਹੁਲ ਗਾਂਧੀ ਉਹਨਾਂ ਬੜੇ ਗੰਭੀਰ ਲੱਗ ਰਹੇ ਨੇ। ਹਾਲਾਂਕਿ ਪ੍ਰਿਯੰਕਾ ਗਾਂਧੀ ਦੇ ਫੇਸ ਦੇ ਉੱਤੇ ਖੁਸ਼ੀ ਹੈ, ਮੁਸਕਾਨ ਹੈ, ਪਰ ਰਾਹੁਲ ਗਾਂਧੀ ਉਹਨਾਂ ਡਿਸਕੁਆਲੀਫਾਈ ਹੋਣ ਤੋਂ ਬਾਅਦ ਲੋਕ ਸਭਾ ਤੋਂ ਕੱਲ ਬੜੇ ਗੰਭੀਰ ਜਿਹੇ ਲੱਗ ਰਹੇ ਸੀ। ਹੁਣ ਸਿੱਧੂ ਉਹਨਾਂ ਦੇ ਨਾਲ ਕੀ ਗੱਲ ਹੋਈ ਉਹਨਾਂ ਦੀ ਸਾਨੂੰ ਨਹੀਂ ਪਤਾ, ਪਰ ਸਿੱਧੂ ਉਹਨਾਂ ਨੇ ਮੈਂਟਰ, ਗਾਈਡ, ਪਤਾ ਨਹੀਂ ਕਿੰਨੇ ਕਿੰਨੇ ਸ਼ਬਦ ਯੂਜ਼ ਕੀਤੇ ਕਿ ਮੈਂ ਅੱਜ ਉਹਨਾਂ ਨੂੰ ਮਿਲ ਕੇ ਅੱਗੇ ਦੀ ਰਾਜਨੀਤੀ ਦੇ ਵਾਸਤੇ ਪੂਰੇ ਤਰੀਕੇ ਨਾਲ ਤਿਆਰ ਆ। ਤੇ ਕੱਲ ਨਵਜੋਤ ਸਿੰਘ ਸਿੱਧੂ, ਚੌਧਰੀ ਪਰਿਵਾਰ, ਸੰਤੋਖ ਸਿੰਘ ਚੌਧਰੀ ਉਹਨਾਂ ਦੇ ਪਰਿਵਾਰ ਦੀ ਗੱਲ ਕਰ ਰਿਹਾ ਮੈਂ, ਉਹਨਾਂ ਨੂੰ ਮਿਲ ਕੇ ਪੰਜਾਬ ਜਾਂ ਫਿਰ ਜਲੰਧਰ ਜਿਮਨੀ ਚੋਣ ਦੇ ਵਿੱਚ ਕਿਸ ਤਰੀਕੇ ਨਾਲ ਆਪਣਾ ਕੰਟਰੀਬਿਊਸ਼ਨ ਕਰਨਗੇ, ਉਹਦੀ ਗੱਲ ਵੀ ਅੱਗੇ ਤੁਰੇਗੀ। ਬੀਜੇਪੀ 1 ਜਾਂ 2 ਦਿਨ ਦੇ ਵਿੱਚ ਆਪਣਾ ਕੈਂਡੀਡੇਟ ਅਨਾਉਂਸ ਕਰ ਸਕਦੀ ਹੈ। ਜਿਹੜੇ ਪੂਰਵ ਡੀਸੀਪੀ ਰਾਜਿੰਦਰ ਸਿੰਘ, ਉਹਨਾਂ ਨੂੰ ਵੀ ਕੈਂਡੀਡੇਟ ਦੇ ਤੌਰ ਤੇ ਵਾਅਦਾ ਜ਼ਰੂਰ ਕੀਤਾ ਗਿਆ, ਪਰ ਨਾਲ ਹੁਣ ਚੰਨੀ ਉਹਨਾਂ ਦੇ ਨਾਲ ਪਿੰਗਾ ਵਧਾਉਣ ਤੋਂ ਬਾਅਦ ਇੱਕ ਕੁਐਸਚਨ ਮਾਰਕ ਤੇ ਲੱਗਿਆ ਵੀ ਕੌਣ ਹੋਏਗਾ ਕੈਂਡੀਡੇਟ। 1-2 ਦਿਨਾਂ ਦੇ ਵਿੱਚ ਸਾਫ਼ ਹੋਏਗਾ। ਔਰ ਚੰਨੀ ਉਹਨਾਂ ਦਾ ਆਬਜੈਕਸ਼ਨ ਕੌਣ ਕਰ ਰਹੇ ਨੇ, ਉਹਨਾਂ ਦੇ ਬੀਜੇਪੀ ਜੁਆਇਨ ਕਰਨ ਦੇ ਉੱਤੇ ਰੋੜੇ ਕੌਣ ਅਟਕਾ ਰਹੇ ਨੇ, ਉਹ ਸਾਰੇ ਉਹ ਪੂਰਵ ਕਾਂਗਰਸੀ ਜਿਹੜੇ ਹੁਣ ਭਾਜਪਾ ਦਾ ਚੋਲਾ ਪਾ ਕੇ ਬੈਠੇ ਹੋਏ ਨੇ, ਉਹ ਨਹੀਂ ਚਾਹੁੰਦੇ ਕਿ ਵੀ ਚੰਨੀ ਉਹਨਾਂ ਹੁਣ ਬੀਜੇਪੀ ਜੁਆਇਨ ਕਰਨ, ਕਿਉਂਕਿ ਚੰਨੀ ਉਹਨਾਂ ਤੋਂ ਇੱਕ ਤਰੀਕੇ ਨਾਲ ਤੰਗ ਆ ਕੇ ਤੇ ਉਹਨਾਂ ਨੇ ਇਹ ਜੁਆਇਨ ਕੀਤੀ ਸੀਗੀ ਜਿਹੜੀ ਬੀਜੇਪੀ, ਤੇ ਫਿਰ ਚੰਨੀ ਉਹਨਾਂ ਬੀਜੇਪੀ 'ਚ ਹੀ ਆ ਗਏ ਤੇ ਇਹ ਤੇ ਸਾਰਾ ਕਾਂਗਰਸੀ ਹੋ ਗਿਆ। ਔਰ ਖਾਸ ਤੌਰ ਤੇ ਜਦ ਸੂਬੇ ਦੀ ਸਰਕਾਰ ਨੇ ਔਰ ਭਗਵੰਤ ਮਾਨ ਉਹਨਾਂ ਨੇ ਅਸੈਂਬਲੀ ਦੇ ਵਿੱਚ ਇਹ ਗੱਲ ਕਹੀ ਸੀ, ਤੁਹਾਡੇ ਉਹ ਜਿਹੜੇ ਹੈਗੇ ਨੇ ਮੁੱਖ ਮੰਤਰੀ, ਉਹਨਾਂ ਦੇ ਖਿਲਾਫ ਵੀ ਐਕਸ਼ਨ ਬੜੀ ਛੇਤੀ ਹੋ ਰਹੀ ਹੈ। ਔਰ ਉਸੇ ਦਿਨ ਐਲਓਸੀ ਜਾਰੀ ਹੋ ਗਿਆ ਸੀ, ਹਜੇ ਤੱਕ ਪਰਵਾਨਾ ਤੇ ਨਹੀਂ ਗਿਆ ਚੰਨੀ ਉਹਨਾਂ ਨੂੰ ਵਿਜੀਲੈਂਸ ਬਿਊਰੋ ਦੇ ਵਿੱਚ ਆ ਕੇ ਆਪਣੀ ਗੱਲ ਰੱਖਣ ਦਾ, ਪਰ ਆਉਣ ਵਾਲੇ ਟਾਈਮ ਵਿੱਚ ਇਹ ਗੱਲ ਵੀ ਅੱਗੇ ਤੁਰ ਸਕਦੀ ਹੈ। ਹੁਣ ਬੀਜੇਪੀ ਦੇ ਜਾਣ ਤੋਂ ਬਾਅਦ, ਉਸ ਵਾਸ਼ਿੰਗ ਮਸ਼ੀਨ ਤੋਂ ਗੁਜ਼ਰਨ ਤੋਂ ਬਾਅਦ ਚੰਨੀ ਉਹਨਾਂ ਠੀਕ ਹੋ ਜਾਣਗੇ, ਚੰਨੀ ਉਹਨਾਂ ਬਿਲਕੁਲ ਕਲੀਨ ਹੋ ਜਾਣਗੇ। ਇਹ ਵੀ ਗੱਲ ਕਾਂਗਰਸ ਵੀ ਕਰੇਗੀ ਅਗਰ ਐਦਾਂ ਦੀ ਕੋਈ ਚੀਜ਼ ਹੋ ਜਾਂਦੀ ਹੈ। ਪਰ ਹਾਂ, ਕਾਂਗਰਸ ਵਾਸਤੇ ਔਖਾ ਟਾਈਮ ਬਹੁਤ ਹੈ। ਇੱਕ ਤੇ ਬੰਦੇ ਜਿਤਾਓ ਔਰ ਦੂਜਾ ਬੰਦੇ ਰੋਕੋ, ਤੁਸੀਂ ਨਾ ਜਾਓ, ਤੁਸੀਂ ਨਾ ਜਾਓ ਇਹ ਕਹਿ ਕੇ ਹਰ ਮੁਹੱਲੇ ਦੇ ਵਿੱਚ ਜਾਣਾ, ਉਹ ਬੜਾ ਇੱਕ ਔਖਾ ਜਿਹਾ ਕੰਮ ਹੈਗਾ ਕਾਂਗਰਸੀਆਂ ਵਾਸਤੇ। ਹਾਲਾਂਕਿ ਰਾਣਾ ਗੁਰਜੀਤ ਸਿੰਘ ਬੜੇ ਇੱਕ ਕਮਾਂਡ ਰੱਖਣ ਵਾਲੇ ਕੈਂਪੇਨ ਕਮੇਟੀ ਦੇ ਇੰਚਾਰਜ ਬਣਾਏ ਨੇ, ਪਰ ਉਹਨਾਂ ਵਾਸਤੇ ਵੀ ਇਹ ਬੜਾ ਔਖਾ ਹੈ, ਕਿਉਂਕਿ ਉਹਨਾਂ ਦਾ ਇੱਕ ਖਾਸ ਬੰਦਾ ਸੁਸ਼ੀਲ ਰਿੰਕੂ, ਜਿਹੜਾ ਰਾਣਾ ਗੁਰਜੀਤ ਉਹਨਾਂ ਦੇ ਖਾਤੇ 'ਚ ਬੋਲਦਾ ਸੀ, ਉਹ ਤੇ ਹੁਣ ਦੀਵਾਰ ਟੱਪ ਕੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਬਣ ਗਿਆ। ਦੂਜਿਆਂ ਨੂੰ ਕਿੱਦਾਂ ਰੋਕਣਗੇ? ਉਹ ਲਾਡੀ ਜਿਹੜੇ ਸ਼ਾਹਕੋਟ ਦੇ ਐਮਐਲਏ ਹੈਗੇ ਨੇ, ਉਹ ਵੀ ਹਰਦੇਵ ਸਿੰਘ ਲਾਡੀ, ਉਹਨਾਂ ਵੀ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਖਾਤੇ 'ਚ ਬੋਲਦੇ ਨੇ ਕਿ ਉਹ ਵੀ ਹੁਣ ਆਮ ਆਦਮੀ ਪਾਰਟੀ ਜਾਣਗੇ। ਲੱਗਦਾ ਤੇ ਨਹੀਂ ਹੈ, ਪਰ ਹੁਣ ਰੋਕਣਾ ਬੜਾ ਔਖਾ ਹੈ। ਅੱਜ ਕੱਲ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਵੈਸੇ ਵੀ ਜਦੋਂ ਗੇਮ ਦੇ ਨਿਯਮ ਸੈੱਟ ਕਰਦੇ ਨਾ ਸੱਤਾਧਾਰੀ ਪਾਰਟੀ, ਫਿਰ ਦੂਜਿਆਂ ਨੂੰ ਕੋਈ ਔਕੜ ਨਹੀਂ ਆਉਂਦੀ, ਫਿਰ ਇੱਕ ਇਸ ਹਮਾਮ 'ਚ ਇੱਕੋ ਜਿਹੀ ਗੇਮ ਹੋ ਜਾਂਦੀ ਹੈ ਸਾਰੀ। ਹੁਣ ਜਦੋਂ ਆਮ ਆਦਮੀ ਪਾਰਟੀ ਨੇ ਕਾਂਗਰਸ ਦਾ ਬੰਦਾ ਲੈ ਕੇ ਕੈਂਡੀਡੇਟ ਬਣਾਤਾ ਤੇ ਚੰਨੀ ਨੂੰ ਲੈਣ ਲੱਗਿਆ, ਮੇਰਾ ਨਹੀਂ ਖਿਆਲ ਕਿ ਭਾਜਪਾ ਨੂੰ ਕੋਈ ਪਰੇਸ਼ਾਨੀ ਹੋਣ ਵਾਲੀ ਆ, ਜੇਕਰ ਕੋਈ ਆਪਸ ਵਿੱਚ ਗੱਲ ਤੈਅ ਹੋਈ ਹੋਵੇ। ਅਜੇ ਤੱਕ ਇਹ ਪੁਖਤਾ ਨਹੀਂ ਹੋ ਸਕੀ, ਪਰ ਮੈਨੂੰ ਇਸ ਗੱਲ ਦਾ ਪੱਕਾ ਯਕੀਨ ਹੈ ਕਿ ਨਾ ਤਾਂ ਚੰਨੀ ਨੇ ਕੁਝ ਕਿਹਾ, ਨਾ ਭਾਜਪਾ ਦੇ ਕਿਸੇ ਵੱਡੇ ਆਗੂ ਨੇ ਕਿਹਾ, ਪਰ ਇੱਥੇ ਪਲ ਲੱਗਦਾ ਹੈ, ਮਿੰਟ ਲੱਗਦਾ ਹੈ ਕੁਝ ਵੀ ਵਾਪਰਦਿਆਂ। ਹਰ ਚੀਜ਼ਾਂ ਨੂੰ ਪਰਦੇ ਪਿੱਛੇ ਰੱਖਿਆ ਜਾਂਦਾ ਹੈ, ਆਖਰੀ ਟਾਈਮ ਤੱਕ ਸ਼ੇਪ ਦਿੱਤੀ ਜਾਂਦੀ ਹੈ, ਫਿਰ ਸਾਹਮਣੇ ਲਿਆਂਦਾ ਜਾਂਦਾ। ਪਰ ਜੇਕਰ ਚੰਨੀ ਸਾਹਿਬ ਬੀਜੇਪੀ 'ਚ ਜਾਂਦੇ ਆ ਤੇ ਮੈਨੂੰ ਲੱਗਦਾ ਉਹ ਸਭ ਤੋਂ ਪਹਿਲਾਂ ਜਾ ਕੇ ਸੁਨੀਲ ਜਾਖੜ ਦੇ ਘਰੇ ਉਹਨਾਂ ਦੇ ਗੋਡੀ ਹੱਥ ਜੱਫੀ ਪਾਉਂਦੇ ਮਿਲਣਗੇ ਵੀ ਆਪਾਂ ਤਾਂ ਤੁਹਾਡੇ ਅਨੁਸਾਰ ਹੀ ਚੱਲਦੇ ਰਹੇ ਆ। ਹੋ ਸਕਦਾ ਸਿਸਵਾਂ ਵੱਲ ਵੀ ਗੇੜਾ ਮਾਰ ਕੇ ਆਉਣ। ਇਹ ਸਾਰੇ ਸਵਾਲ ਤਾਂ ਅਗਲੇ ਦਿਨਾਂ ਦੇ ਆ, ਜਿਨ੍ਹਾਂ ਦੇ ਹੋਣ ਦੀ ਮੱਧਮ ਜੀ ਇੱਕ ਆਸ ਲਾ ਕੇ ਕਾਫੀ ਲੋਕ ਗੱਲਬਾਤ ਕਰਦੇ ਆ। ਇਹਦੀ ਪੁਸ਼ਟੀ ਕਰਨੀ ਅਜੇ ਸੰਭਵ ਨਹੀਂ। ਆਖਰ ਦੇ ਵਿੱਚ ਭਾਸਕਰ ਸਾਹਿਬ, ਜਦੋਂ ਆਪਣੇ ਪੇਸ਼ੇ ਦੀ ਗੱਲ ਹੁੰਦੀ ਹੈ ਤਾਂ ਜ਼ਰੂਰ ਕਰਨੀ ਬਣਦੀ ਹੈ। ਆਈਟੀ ਨਿਯਮ ਉਹਨਾਂ 'ਚ ਸੋਧ ਕੀਤੀ ਗਈ ਆ ਕੇਂਦਰੀ ਮੰਤਰਾਲੇ ਵੱਲੋਂ, ਥੋੜਾ ਜਿਹਾ ਇੱਥੇ ਚਾਨਣਾ ਪਾਓ, ਇਹਦੇ ਤਹਿਤ ਕੀ ਸੋਧਾਂ ਨੇ, ਥੋੜੀ ਜਿਹੀ ਸਾਂਝ ਪਾ ਦਿਓ। ਮਿਨਿਸਟਰੀ ਆਫ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਤੇ ਇੱਕ ਨੋਟਿਸ ਕੱਢਿਆ ਸੀਗਾ, ਤੁਹਾਨੂੰ ਯਾਦ ਹੋਏਗਾ ਕੱਲ ਵੀ ਅਸੀਂ ਉਸ ਖਬਰ ਦਾ ਜ਼ਿਕਰ ਕੀਤਾ ਸੀਗਾ। ਚੈਨਲ ਨੂੰ ਸਿਕਿਉਰਿਟੀ ਕਲੀਅਰੈਂਸ ਨਹੀਂ ਦਿੱਤੀ ਸੀ, ਸੁਪਰੀਮ ਕੋਰਟ ਨੇ ਉਹਦੇ ਉੱਤੇ ਆਰਡਰ ਸੁਣਾਉਂਦੇ ਹੋਏ ਉਸ ਚੈਨਲ ਨੂੰ ਹੁਣ
ਸਿਕਿਉਰਿਟੀ ਕਲੀਅਰੈਂਸ ਦੇ ਦਿੱਤੀ ਹੈ। ਇਹ ਜਿਹੜੀ ਅਮੈਂਡਮੈਂਟ ਲੈ ਕੇ ਆਏ ਹੈ, ਇਹ ਲੈ ਕੇ ਆਈ ਹੈ ਯੂਨੀਅਨ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਆਈਟੀ ਅਮੈਂਡਮੈਂਟ, ਯਾਨੀ ਆਈਟੀ ਰੂਲ ਦੇ ਵਿੱਚ ਅਮੈਂਡਮੈਂਟ ਕੀਤੇ ਗਏ, ਜਿਹਦੇ ਵਿੱਚ ਟਵਿੱਟਰ ਜਾਂ ਹੋਰ ਉਹ तमाम ਸੋਸ਼ਲ ਮੀਡੀਆ ਦੇ ਵਿੱਚ ਪਲੇਟਫਾਰਮ ਨੇ, ਉਹ ਅਗਰ ਸਰਕਾਰ ਦੇ ਖਿਲਾਫ ਕੋਈ ਖਬਰ ਨੂੰ ਜਾਂ ਕੋਈ ਬਿਆਨ ਨੂੰ ਅਗਰ ਆਪਣੇ ਉੱਥੋਂ ਪ੍ਰਸਾਰਿਤ ਕਰਦੇ ਨੇ, ਤੇ ਉਹਦੇ ਵਿੱਚ ਸਰਕਾਰ ਕੋਲ ਇਹ ਰਾਈਟ ਹੋਣਾ ਚਾਹੀਦਾ ਹੈ ਕਿ ਉਹਦੀ ਫੈਕਟ ਫਾਈਂਡਿੰਗ, ਯਾਨੀ ਉਹ ਐਲੀਗੇਸ਼ਨ ਜਾਂ ਸਰਕਾਰ ਦੇ ਖਿਲਾਫ ਕੀਤੀ ਹੋਈ ਗੱਲ ਸਹੀ ਹੈ ਜਾਂ ਗਲਤ ਹੈ, ਉਹ ਵੀ ਸਰਟੀਫਿਕੇਟ ਹੁਣ ਸਰਕਾਰ ਦੇ ਇਹਦੇ ਵਾਸਤੇ ਅਮੈਂਡਮੈਂਟ ਤੇ ਕਰ ਦਿੱਤੇ ਗਏ ਨੇ। ਪਰ ਹਿਊ ਐਂਡ ਕਰਾਈ ਵੀ ਇਸ ਮੁੱਦੇ ਤੇ ਬਹੁਤ ਹੋ ਰਿਹਾ ਹੈ, ਕਿਉਂਕਿ ਆਪੋਜੀਸ਼ਨ ਪਾਰਟੀਆਂ ਇਹ ਕਹਿ ਰਹੀਆਂ ਹੁਣ ਸਰਕਾਰ ਹੀ ਤੈਅ ਕਰੇਗੀ ਕਿਹੜੇ ਬਿਆਨ ਇੱਕ ਸੋਸ਼ਲ ਮੀਡੀਆ ਦੇ ਉੱਤੇ, ਟਵਿੱਟਰ ਹੈਂਡਲ ਦੇ ਜਾਂ ਫੇਸਬੁੱਕ ਦੇ ਉੱਤੇ ਲੱਗਣਗੇ। ਇਹਦੇ ਉੱਤੇ ਅੱਗੇ ਚੱਲ ਕੇ ਗੱਲ ਕਿੱਥੇ ਜਾ ਕੇ ਖੜਦੀ ਹੈ, ਪਰ ਸਰਕਾਰ ਨੇ ਇਹ ਰੂਲ ਜ਼ਰੂਰ ਬਣਾਤਾ ਹੈ ਵੀ ਅਗਰ ਸਾਡੇ ਖਿਲਾਫ ਕੁਝ ਲਿਖਿਆ ਜਾਂ ਕੁਝ ਗਿਆ ਤੇ ਫਿਰ ਟਵਿੱਟਰ ਨੂੰ ਅਸੀਂ ਰਿਸਪੌਂਸੀਬਲ ਠਹਿਰਾਵਾਂਗੇ, ਤੇ ਸਾਡੇ ਤੋਂ ਪਹਿਲੇ ਚੈੱਕ ਕਰਾਓ ਸਾਡੇ ਖਿਲਾਫ ਕੌਣ ਕੀ ਕਹਿ ਰਿਹਾ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਸਰਕਾਰਾਂ ਆਪਣੇ ਹੱਥ ਮਜ਼ਬੂਤ ਕਰਨ ਲਈ ਤਰੀਕੇ ਕੱਢਦੀਆਂ ਰਹਿੰਦੀਆਂ, ਹਾਲਾਂਕਿ ਪਬਲਿਕ ਵਿਰੋਧ ਦਾ ਵੀ ਸਾਹਮਣਾ ਕਰਨ ਦੇ ਨਜ਼ਰੀਏ ਤੋਂ ਝਿਜਕਦੀਆਂ ਨੇ ਸਰਕਾਰਾਂ। ਸਮਾਂ ਬੜਾ ਬਲਵਾਨ ਹੁੰਦਾ, ਤੇਜ਼ੀ ਨਾਲ ਸੱਤਾ ਬਦਲਦੀ ਰਹਿੰਦੀ ਆ। ਅਜੇ ਵੀ ਬਹੁਤ ਸਾਰੀਆਂ ਪਾਰਟੀਆਂ ਨੂੰ ਉਹਨਾਂ ਦੇ ਸਦੀਵੀ ਸੱਤਾ 'ਚ ਰਹਿਣ ਦਾ ਇੱਕ ਵਿਸ਼ਵਾਸ ਬਣਿਆ ਰਹਿੰਦਾ। ਅਕਾਲੀ ਦਲ ਕਦੇ 25 ਸਾਲ ਦੇ ਦਾਅਵੇ ਕਰਦਾ ਰਿਹਾ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸ਼ਾਇਦ ਇਹ ਭਰਮ ਸੀ ਕਿ ਉਹ ਇੱਕ ਵਾਰੀ ਹੋਰ ਬਣ ਜਾਣਗੇ। ਉਹ ਆਪਣੀ ਰਿਟਾਇਰਮੈਂਟ ਅਨਾਉਂਸ ਕਰਨ ਤੋਂ ਬਾਅਦ ਫਿਰ ਮੁੱਕਰ ਗਏ ਸੀ। ਔਰ ਇਸੇ ਤਰੀਕੇ ਨਾਲ ਹੁਣ ਵਾਲੀਆਂ ਹਰ ਤਰ੍ਹਾਂ ਦੀਆਂ ਸੱਤਾ ਨੇ ਇਹ ਠਾਣ ਲਿਆ ਕਿ ਅਸੀਂ ਆਪਣੇ ਤਰੀਕੇ ਨਾਲ ਚੱਲਾਂਗੇ। ਹਾਲਾਂਕਿ ਬੜਾ ਥੋੜਾ ਵਕਤ ਹੁੰਦਾ ਹੈ ਔਰ ਵਕਤ ਬੀਤਦਿਆਂ ਪਤਾ ਹੀ ਨਹੀਂ ਲੱਗਦਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।